ਨਵਾਂ ਜ਼ਮਾਨਾ ਟੀਵੀ ਦੇ ਪਿਆਰੇ ਦਰਸ਼ਕੋ, ਇੱਕ ਵਾਰ ਫਿਰ ਹਾਜ਼ਰ ਹੈ ਸਿਰਜਣਾ ਦੇ ਅੰਗ ਸੰਗ ਪ੍ਰੋਗਰਾਮ ਦੀ ਨਵੀਂ ਕੜੀ ਲੈ ਕੇ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਇੱਕ ਨਾਮਵਰ ਲੇਖਕ ਨਾਲ ਕਰਵਾਉਂਦੇ ਹਾਂ। ਇਸ ਵਾਰ ਅਸੀਂ ਆਪਣੇ ਸਟੂਡੀਓ ਵਿੱਚ ਸੱਦਾ ਦਿੱਤਾ ਹੈ ਗਜ਼ਲ ਗੋ, ਸ਼ਾਇਰ, ਆਲੋਚਕ, ਦੋਹਾ ਲੇਖਕ ਅਤੇ ਹੋਰ ਬਹੁਤ ਕੁਝ ਨਾਲ ਜੁੜੇ ਹੋਏ ਪ੍ਰੋਫੈਸਰ ਸੁਰਜੀਤ ਜੱਜ ਹੋਰਾਂ ਨੂੰ। ਜੱਜ ਜੀ, ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ ਸਵਾਗਤ। ਸ਼ੁਕਰੀਆ ਜੀ। ਸੁਰਜੀਤ ਜੱਜ ਹੋਰੀ 1990 ਤੋਂ ਲੈ ਕੇ ਸਿਰਜਣਾ ਨਾਲ ਜੁੜੇ ਹੋਏ ਨੇ। ਜਦੋਂ ਉਹਨਾਂ ਦੀ ਪਹਿਲੀ ਪੁਸਤਕ ਆਉਂਦੀ ਹੈ ਗਜ਼ਲ ਦੀ, ਪਰਿੰਦੇ ਫਿਰ ਪਰਤਣਗੇ, ਅੱਜ 32 ਸਾਲ ਉਸ ਪੁਸਤਕ ਆਈ ਨੂੰ ਹੋ ਗਏ ਆ। ਇਹਨਾਂ 32 ਸਾਲਾਂ ਦੇ ਵਿੱਚ ਇਹ ਲੇਖਣੀ ਦਾ ਇੱਕ ਲੰਬਾ ਸਫ਼ਰ ਤੈਅ ਕਰਕੇ ਆਏ ਨੇ, ਜਿਹਦੇ ਵਿੱਚ 9 ਪੁਸਤਕਾਂ ਗਜ਼ਲ, ਨਜ਼ਮ, ਦੋਹੇ ਇਹਨਾਂ ਦੀਆਂ ਨੇ। ਇੱਕ ਇਹਨਾਂ ਦੀ ਆਲੋਚਨਾ ਦੀ ਪੁਸਤਕ ਹੈ। ਜੱਜ ਜੀ, ਤੁਸੀਂ ਸਿਰਜਣਾ ਵਾਲੇ ਪਾਸੇ ਕਿਵੇਂ ਆਏ ਅਤੇ ਨਾਲ ਦੀ ਨਾਲ ਕਿਉਂ ਆਏ? ਕਿ ਜਦੋਂ ਇਹ ਲੱਗਦਾ ਸੀ ਕਿ ਮੈਂ ਕਵਿਤਾ ਲਿਖਣੀ ਜਾਂ ਗਜ਼ਲ ਲਿਖਣੀ ਹੈ ਜੀ, ਉਸ ਵੇਲੇ ਪੰਜਾਬੀ ਜਿਹੜਾ ਕਾਵਿ ਦਾ ਦੌਰ ਹੈ ਜਾਂ ਗਜ਼ਲ ਦਾ ਦੌਰ ਹੈ, ਉਹਦੀ ਸਥਿਤੀ ਕੀ ਸੀ, ਜਾਂ ਉਹਦੇ 'ਚ ਤੁਹਾਨੂੰ ਕੀ ਲੱਗਦਾ ਸੀ ਕਿ ਮੈਂ ਇਹਦੇ ਵਿੱਚ ਆਹ ਚੀਜ਼ ਨਵੀਂ ਕਰਨੀ ਹੈ? ਅਸਲ ਵਿੱਚ ਅਟਵਾਲ ਜੀ, ਜਦੋਂ ਇਹ ਮੇਰੀ ਪਹਿਲੀ ਕਿਤਾਬ ਛਪੀ, ਹਾਂ, ਉਸ ਤੋਂ ਲਗਭਗ 18-20 ਸਾਲ ਪਹਿਲਾਂ ਤੋਂ ਮੈਂ ਮਤਲਬ ਲਿਖ ਰਿਹਾ ਸੀ ਕਿਸੇ ਨਾ ਕਿਸੇ ਰੂਪ 'ਚ। ਹਾਂ, ਅਤੇ ਸਭ ਤੋਂ ਪਹਿਲਾਂ ਕਿਸੇ ਵਧੀਆ ਮੈਗਜ਼ੀਨ 'ਚ ਮੇਰੀ ਰਚਨਾ ਛਪੀ ਸੀ ਤਾਂ ਉਹ ਕਹਾਣੀ ਸੀ। ਅੱਛਾ, ਹਾਂ, ਉਹ ਨੀਲਮਣੀ ਹੁੰਦਾ ਸੀ ਜਲੰਧਰ ਤੋਂ। ਨੀਲਮਣੀ ਜਲੰਧਰੋਂ ਨਿਕਲਦਾ ਸੀ। ਅਤੇ ਉਹ ਕਹਾਣੀ ਸੀ। ਅਤੇ ਮੈਨੂੰ ਯਾਦ ਹੈ ਕਿ ਇੱਕ ਪੋਸਟ ਕਾਰਡ ਆਇਆ ਕਿਰਪਾਲ ਕਜ਼ਾਕ ਹੋਣਾ ਦਾ। ਅੱਛਾ, ਅਤੇ ਉਹ ਕਹਾਣੀ ਪੜ੍ਹ ਕੇ, ਵੱਡੇ ਕਹਾਣੀਕਾਰ ਨੇ। ਹਾਂ, ਵੱਡੇ ਕਹਾਣੀਕਾਰ ਨੇ, ਵੀ ਬਹੁਤ ਵਧੀਆ ਕਹਾਣੀ। ਬਾਈ ਚਾਂਸ ਹੋਇਆ ਕਿ ਉਹ ਸਾਡੇ ਪਿੰਡ ਦੇ ਨੇੜੇ ਉਹਨਾਂ ਦਾ ਪਿੰਡ ਵੀ ਆ ਥੋੜ੍ਹੀ ਦੂਰ। ਅੱਛਾ, ਅਤੇ ਉਦੋਂ ਬਾਅਦ ਜਦੋਂ ਉਹਨਾਂ ਦੁਬਾਰਾ ਮੁਲਾਕਾਤ ਹੋਈ ਤਾਂ ਉਦੋਂ ਤੱਕ ਮੈਂ ਪੱਕਾ ਪੀਡਾ ਗਜ਼ਲ ਗੋ ਬਣ ਚੁੱਕਾ ਸੀ, ਕਹਾਣੀਕਾਰ ਨਹੀਂ ਰਿਹਾ ਅਤੇ ਰਿਹਾ ਨਹੀਂ। ਅਤੇ ਪਟਿਆਲੇ ਦੇ ਵਿੱਚ ਸਾਡਾ ਇੱਕ ਮਤਲਬ ਕੁਝ ਮਿੱਤਰਾਂ ਦਾ ਸੀ, ਅਤੇ ਉੱਥੇ ਇੱਕ ਉਹ ਬੜੀ ਅੱਛੀ ਗਜ਼ਲ ਲਿਖਣ ਵਾਲੇ ਸੀ। ਅੱਛਾ, ਬੜੀ ਖੂਬਸੂਰਤ ਗਜ਼ਲ ਲਿਖਦੇ ਸੀ ਉਹ ਸਾਰੇ। ਉਰਦੂ ਦੇ ਵੀ ਸੀ, ਨੌਬਹਾਰ ਸਾਬਰ ਵਰਗੇ ਬਹੁਤ ਵੱਡੇ ਨਾਂ ਥੇ ਵਾਲੇ ਬੰਦੇ ਸੀ। ਅਤੇ ਉਹਨਾਂ ਦੇ ਨਾਲ ਹੌਲੀ ਹੌਲੀ ਮੈਨੂੰ ਵੀ ਇਹਦੀ ਚੇਟਕ ਲੱਗ ਗਈ। ਅਤੇ ਉੱਥੋਂ ਹੀ ਫਿਰ ਮੈਂ ਇਹਦੇ ਮੁੱਢਲੇ ਜਿਹੜੇ ਆ ਸਾਰਾ ਦੌਰ ਜਿਹੜਾ ਸ਼ੁਰੂ ਹੋਇਆ। ਪਰ ਉਹ ਛੋਟੇ ਮੋਟੇ ਥਾਵਾਂ 'ਤੇ ਛਪਾਉਣ ਦਾ ਸੀ, ਜ਼ਿਆਦਾ ਨਹੀਂ ਸੀ। 90 ਦੇ ਵਿੱਚ ਜਦੋਂ ਮੈਂ ਕਿਤਾਬ ਛਾਪੀ ਤਾਂ ਉਦੋਂ ਤੱਕ ਮੈਨੂੰ ਪੂਰਾ ਪੰਜਾਬੀ ਜਿਹੜਾ ਸਾਹਿਤ ਦਾ ਵਰਤਾਰਾ ਆ, ਸਭ ਕਾਹੇ ਦਾ ਪੂਰੀ ਤਰ੍ਹਾਂ ਪਤਾ ਲੱਗ ਚੁੱਕਾ ਸੀ। ਸਮਝ ਆ ਗਈ। ਕਿਉਂਕਿ ਉਦੋਂ ਤੱਕ MA MPhil ਕਰਕੇ ਮੈਂ ਟੀਚਰ ਵੀ, ਮਤਲਬ ਅਧਿਆਪਕ ਵੀ ਲੱਗ ਚੁੱਕਾ ਸੀ ਕਾਲਜ ਵਿੱਚ। ਅਤੇ ਸਾਰੀ ਜਿਹੜੀ ਵਿਚਾਰਧਾਰਾ ਆ, ਸਭ ਕਾਸੇ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ, ਪੜ੍ਹ ਲਿਆ ਸੀ। ਅਤੇ ਉਦੋਂ ਬਾਅਦ ਹੀ ਮੈਂ ਕਿਤਾਬ ਛਾਪੀ। ਇੱਕ ਗਜ਼ਲ ਬਾਰੇ ਇਸ ਅਜਿਹੀ ਸਿਨਫ ਹੈ ਕਿ ਜਿਹਦੇ ਬਾਰੇ ਇਹ ਸਮਝਿਆ ਜਾਂਦਾ ਕਿ ਇਹਦੇ 'ਚ ਪੱਕੀਆਂ ਪੀढ़ੀਆਂ ਗੱਲਾਂ ਜਾਂ ਫਲਸਫਾ ਆ, ਉਹਦੀ ਬਹੁਤੀ ਗੁੰਜਾਇਸ਼ ਨਹੀਂ ਹੁੰਦੀ। ਜਦ ਕਿ ਤੁਹਾਡੀ ਗਜ਼ਲ, ਤੁਹਾਡੀ ਨਜ਼ਮ ਇੱਕ ਪੱਕੇ ਪੀढ़ੇ ਫਲਸਫੇ ਉੱਤੇ ਕੇਂਦਰਿਤ ਹੁੰਦੀ ਹੈ। ਇਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਕਿਉਂਕਿ ਜਿਹੜੀ ਆਪਣੀ ਰਵਾਇਤੀ ਗਜ਼ਲ ਸੀ, ਉਹਦਾ ਮਸਲਾ ਕੋਈ ਹੋਰ ਸੀ। ਹਾਂਜੀ, ਅਸਲ 'ਚ ਮਸਲਾ ਇਹ ਹੈ ਕਿ ਜਿਹੜੀ ਵੀ ਚੀਜ਼ ਪਿੱਛੋਂ ਆ ਰਹੀ ਆ, ਉਹਦਾ ਜਿਹੜਾ ਰੂਪ ਦਾ ਚੌਖਟਾ ਆ, ਉਹਨੇ ਤਾਂ ਲਗਭਗ ਕਿਸੇ ਹੱਦ ਤੱਕ ਉਹੀ ਰਹਿਣਾ ਹੈ। ਹਾਲਾਂਕਿ ਅਸੀਂ ਵੀ ਉਹਦੇ 'ਚ ਕੁਛ ਨਾ ਕੁਛ ਕਰ ਸਕਦੇ ਹਾਂ, ਕੋਈ ਐਡੀ ਗੱਲ ਨਹੀਂ, ਗੁੰਜਾਇਸ਼ ਹੁੰਦੀ ਹੈ। ਅਤੇ ਮੈਨੂੰ ਹਮੇਸ਼ਾ ਲੱਗਦਾ ਰਿਹਾ ਕਿ ਰਵਾਇਤ ਨੂੰ ਇਨ ਬਿਨ ਉਸੇ ਤਰ੍ਹਾਂ ਹੀ ਅਪਣਾਈ ਜਾਣਾ, ਇਹ ਕੋਈ ਗਾਂਹ ਅੱਗੇ ਤੁਰਨ ਵਾਲੀ ਗੱਲ ਨਹੀਂ ਹੈ। ਸਾਡੇ ਤੋਂ ਪਹਿਲਾਂ ਇਹ ਕੰਮ ਬਾਖੂਬੀ ਪੰਜਾਬੀ ਦੇ ਵੱਡੇ ਸ਼ਾਇਰ ਕਰ ਚੁੱਕੇ ਸੀ। ਡਾਕਟਰ ਜਗਤਾਰ ਕਰ ਚੁੱਕੇ ਸੀ,
ਪਾਤਰ ਬਾਈ ਕਰ ਚੁੱਕੇ ਸੀ, ਉਹਨਾਂ ਤੋਂ ਵੀ ਪਹਿਲਾਂ ਤਖਤ ਸਿੰਘ ਹੁਣਾਂ ਨੇ ਕੰਮ ਸ਼ੁਰੂ ਕਰ ਦਿੱਤਾ ਸੀ। ਹਾਂ, ਮਤਲਬ ਕੁਝ ਲੋਕ ਕਰ ਚੁੱਕੇ ਸੀ ਇਹ ਕੰਮ, ਜਿਹੜਾ ਵੀ ਇਸ ਰਵਾਇਤ ਨੂੰ ਨਵੇਂ ਮੁਹਾਵਰੇ ਅਨੁਸਾਰ ਢਾਲਣ ਦਾ। ਬਾਬਾ ਬਲਵੰਤ ਕਰ ਚੁੱਕੇ ਸੀ, ਪ੍ਰੋਫੈਸਰ ਮੋਹਨ ਸਿੰਘ ਕਰ ਚੁੱਕੇ ਸੀ। ਮਤਲਬ ਇਹਨਾਂ ਨੇ ਉਹਨਾਂ ਨੂੰ ਇੱਕ ਪੂਰੀ ਰਾਹ ਬਣਾਈ ਹੋਈ ਸੀ। ਤੇ ਜਦੋਂ ਮੈਂ ਗਜ਼ਲ ਲਾਇਆ ਉਸ ਵੇਲੇ ਤੇ ਨਜ਼ਮ ਦਾ ਬਹੁਤ ਵੱਡਾ ਦੌਰ ਸੀ, ਜਿਹੜਾ ਜੁਝਾਰਵਾਦੀ ਕਵਿਤਾ ਦਾ। ਹਾਂ, ਤੇ ਉਹ ਸਾਡੇ ਤੇ ਪ੍ਰਭਾਵ ਵੀ ਬਹੁਤ ਸੀ ਉਸ ਵੇਲੇ। ਤਾਂ ਇਹ ਸਾਰੇ ਕਾਸੇ ਦਾ ਜਿਹੜਾ 70ਵਿਆਂ ਤੋਂ ਲੈ ਕੇ ਇਹ ਪੂਰਾ ਦੌਰ ਹੈ 80-85 ਤੱਕ ਦਾ, ਬਹੁਤ ਜ਼ਿਆਦਾ ਪ੍ਰਭਾਵ ਸੀ ਇਸ ਨਜ਼ਮ ਦਾ। ਪਰ ਉਹਦੇ ਬਾਵਜੂਦ ਇਹ ਪਤਾ ਨਹੀਂ, ਜਾਂ ਤਾਂ ਸਾਡਾ ਗੀਤਾਂ 'ਚ ਹੀ ਪਲੇ ਹੋਣਾ ਆ, ਤੇ ਦੂਸਰਾ ਕਿ ਜਦੋਂ ਮੈਂ ਛੋਟੇ ਹੁੰਦਿਆਂ ਸ਼ੁਰੂ ਕੀਤਾ ਹੈ, ਜਿਹਨੂੰ ਅਸੀਂ ਤੁਕਬੰਦੀ ਕਹਿੰਦੇ ਹਾਂ, ਤੋ ਬਾਪੂ ਹੁਣਾਂ ਦੇ ਕੋਲ ਨਾ ਬਹੁਤ ਸਾਰੇ ਕਿੱਸੇ ਹੁੰਦੇ ਸੀ ਘਰ। ਹਾਂ, ਖਾਸ ਕਰ ਜਿਹੜੀ ਸਿੱਖ ਇਤਿਹਾਸ ਦੀਆਂ ਕਵਿਤਾ 'ਚ ਲਿਖੀਆਂ ਕਿਤਾਬਾਂ ਹੈ, ਗਿਆਨੀ ਕਰਤਾਰ ਸਿੰਘ ਕਲਾਸਵਾਲ ਜੀ, ਉਹ ਬਹੁਤ ਸੀ। ਮੈਂ ਉਹਨਾਂ ਨੂੰ ਹੀ ਪੜ੍ਹ ਕੇ ਜ਼ਿਆਦਾ ਕੁਛ ਮਤਲਬ ਸ਼ੁਰੂ ਕੀਤਾ, ਤੇ ਜਾਂ ਉਹ ਵੀ ਸੀ। ਇਸ ਕਰਕੇ ਇੱਕਦਮ ਹੀ ਮੇਰੇ ਅੰਦਰੋਂ ਜਿਹੜਾ ਗਜ਼ਲ ਦਾ ਹੋ ਗਿਆ। ਹੁਣ ਦੂਸਰੀ ਜਿਹੜੀ ਗੱਲ ਉਹ ਬਹੁਤ ਮਹੱਤਵਪੂਰਨ ਹੈ ਕਿ ਇੱਕ ਵਿਚਾਰਧਾਰਕ ਪੈਦਲੇ ਤੋਂ ਨਵੇਂ ਚਿੰਤਨ ਦੇ ਨਾਲ, ਨਵੀਆਂ ਮਤਲਬ ਸੰਭਾਵਨਾਵਾਂ ਦੇ ਨਾਲ ਗਜ਼ਲ ਦੇ ਵਿੱਚ ਪ੍ਰਵੇਸ਼ ਕਿਵੇਂ ਕਰਨਾ ਤੇ ਇਹਨੂੰ ਕਿਵੇਂ ਨਿਭਾਉਣਾ। ਮੈਨੂੰ ਲੱਗਦਾ ਕਿ ਕੋਈ ਔਖਾ ਕੰਮ ਨਹੀਂ ਹੈ। ਅੱਛਾ, ਹਾਂ, ਇਹ ਮਤਲਬ ਇਹ ਤਾਂ ਸਾਡੇ ਉਹ ਪੁਰਾਣਾ ਇੱਕ ਬਣਾਇਆ ਹੋਇਆ ਸੀ ਸਾਡੇ ਵੀ, ਗਜ਼ਲ ਦਾ ਹਰ ਸ਼ੇਰ ਆਜ਼ਾਦ ਹੁੰਦਾ ਹੈ, ਬਿਲਕੁਲ ਆਜ਼ਾਦ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ। ਤੇ ਹਰ ਸ਼ੇਰ ਦੂਸਰੇ ਸ਼ੇਰ ਤੋਂ 100% ਵੱਖਰਾ ਹੋ ਸਕਦਾ ਹੈ, ਤੇ ਸਿੱਧਾ ਟਕਰਾਅ ਵਿੱਚ ਵੀ ਹੋ ਸਕਦਾ ਹੈ। ਪੁਰਾਣੀ ਗਜ਼ਲ 'ਚ ਇੱਦਾਂ ਰਿਹਾ। ਅੱਜ ਵਾਲੀ ਜਿਹੜੀ ਲੰਬੇ ਸਮੇਂ ਤੋਂ ਇਹ ਗਜ਼ਲ ਹੈ, ਜਿਹਦਾ ਮੁੱਢ ਸਾਡੇ ਤੋਂ ਪਹਿਲਾਂ ਮੁੱਢ ਹੀ ਨਹੀਂ, ਸਿਖਰ ਤੱਕ ਵੀ ਆ ਚੁੱਕੀ ਸੀ ਉਹ, ਕਿ ਉਹਦੇ ਵਿੱਚ ਵਿਸਥਾਰ ਹੁੰਦਾ ਆ ਵਿਚਾਰ ਦਾ। ਮਤਲਬ ਇੱਕ ਵਿਚਾਰ ਦੂਸਰੇ ਦੇ ਵਿਰੋਧ 'ਚ ਨਹੀਂ ਖੜਦਾ, ਕਿ ਜਿਹੜਾ ਮਸਲਾ ਆ ਮਸਲੇ ਤੋਂ ਜਦੋਂ ਅੱਗੇ ਜਾਣਾ ਉਹ ਸਿਰੇ ਤੱਕ ਮਕਤੇ ਤੱਕ ਵਿਸਥਾਰ। ਸ਼ੇਰ ਆਜ਼ਾਦ ਵੀ ਹੈ, ਲੇਕਿਨ ਉਹ ਪੂਰੀ ਗਜ਼ਲ ਦੀ ਸਭ ਉਹਦੇ ਨਾਲ ਤੰਦ ਇੱਕ ਦੇ ਨਾਲ ਜੁੜਿਆ ਹੋਇਆ ਵੀ ਆਓ, ਸਿਰਫ ਮਤਲਬ ਕਾਫੀਏ ਰਦੀਫ ਨਾਲ ਨਹੀਂ, ਆਪਣੇ ਵਿਚਾਰ ਦੀ ਵਿਕਾਸ ਨਾਲ ਵੀ ਜੁੜਿਆ ਹੋਇਆ। ਤੇ ਮੈਂ ਗਜ਼ਲ ਇੱਦਾਂ ਹੀ ਲਈ ਆ ਵੀ ਗਜ਼ਲ ਵਿੱਚ ਵੀ ਉਸੇ ਤਰ੍ਹਾਂ ਵਿਚਾਰ ਦਾ ਵਿਕਾਸ ਹੋ ਸਕਦਾ ਜਿਵੇਂ ਕਵਿਤਾ 'ਚ ਹੋ ਸਕਦਾ ਹੈ। ਜੇ ਉਹਨੂੰ ਅਸੀਂ ਉਹਦੇ ਬਹਿਰ ਵਜਨ ਪੂਰਾ ਕਰਨ ਲਈ ਉਹਦੇ ਵਿਚਾਰ ਨੂੰ ਮਾਰਨਾ, ਤਾਂ ਫਿਰ ਉਸ ਰਚਨਾ ਦਾ ਕੋਈ ਮਾਨਾ ਹੀ ਨਹੀਂ ਰਹਿ ਜਾਂਦਾ। ਇਹ ਤੁਸੀਂ ਬੜੀ ਵਾਜਬ ਗੱਲ ਕੀਤੀ ਕਿ ਜਦੋਂ 1990 ਦੇ ਵਿੱਚ ਗਜ਼ਲ ਲਿਖਣੀ ਸ਼ੁਰੂ ਕੀਤੀ, ਉਸ ਵੇਲੇ ਦੌਰ ਖੁੱਲ੍ਹੀ ਕਵਿਤਾ ਦਾ, ਖਾਸ ਕਰਕੇ ਜੁਝਾਰ ਵਿਦਰੋਹੀ ਕਵਿਤਾ ਦਾ, ਕਿਉਂਕਿ ਪਾਸ਼ ਹੋਰੀ ਹੋ ਚੁੱਕੇ ਸੀ ਜਾਂ ਹੋਰ ਇਹੋ ਜਿਹੇ ਵੱਡੇ ਨਾਂ ਕਿ ਜਿਨ੍ਹਾਂ ਤੋਂ ਬਾਅਦ ਗਜ਼ਲ ਵਾਲੇ ਪਿੜ ਦੇ ਵਿੱਚ ਟਿਕਣਾ ਬਹੁਤ ਔਖਾ ਸੀ। ਇਹਦੇ ਨਾਲ ਹੀ ਇੱਕ ਹੋਰ ਵੀ ਕਿਹਾ ਜਾਂਦਾ ਕਿ ਗਜ਼ਲ ਇੱਦਾਂ ਦੀ ਸਿਨਫ ਹੈ ਕਿ ਜਿਹਦਾ ਵਜੂਦ ਜਾਂ ਪਿੰਡਾ ਬੜਾ ਕੂਲਾ, ਮੁਲਾਇਮ, ਨਾਜ਼ੁਕ ਹੁੰਦਾ, ਕਿ ਉਹ ਸਿਧਾਂਤ ਦਾ, ਫਲਸਫੇ ਦਾ ਭਾਰ ਨਹੀਂ ਚੱਕ ਸਕਦੇ। ਤੁਸੀਂ ਇਸ ਮਿੱਥ ਨੂੰ ਵੀ ਤੋੜਿਆ ਨਵੇਂ ਗਜ਼ਲਕਾਰਾਂ ਨੇ, ਇਸ ਮਿੱਥ ਨੂੰ ਵੀ ਇਹ ਅੱਗੇ ਤੋੜਿਆ। ਤੇ ਜਦੋਂ ਤੁਸੀਂ ਦੂਜੀ ਕਿਤਾਬ ਤੁਹਾਡੀ ਆਉਂਦੀ ਹੈ ਘਰੀ ਮੁੜਦੀਆਂ ਪੈੜਾਂ, ਉਹਦੇ ਵਿੱਚ ਗੀਤ ਤੇ ਕਵਿਤਾ ਹੁੰਦੀ ਹੈ। ਫਿਰ ਗਜ਼ਲ ਤੋਂ ਗੀਤ ਵਾਲੇ ਪਾਸੇ, ਹਾਲਾਂਕਿ ਗਜ਼ਲ ਤੇ ਗੀਤ ਕਾਫੀ ਨੇੜੇ ਆ, ਪਰ ਗੀਤ ਦੇ ਵਿੱਚ ਕੁਛ ਖੁੱਲ੍ਹਾਂ ਤੁਸੀਂ ਮਾਣ ਸਕਦੇ ਹੋ ਜਿਹੜੀਆਂ ਗਜ਼ਲ ਦੇ ਵਿੱਚ ਨਹੀਂ ਮਾਣ ਸਕਦੇ। ਤੇ ਇਹ ਕੀ ਕਾਰਨ ਹੋਇਆ ਕਿ ਗਜ਼ਲ ਤੋਂ ਗੀਤ ਵੱਲ ਨੂੰ ਮੁੜਾ? ਅਸਲ ਵਿੱਚ ਮੇਰੀ ਜਿਹੜੀ ਉਹ 2 ਕਿਤਾਬਾਂ ਆ ਜਿਨ੍ਹਾਂ ਦੇ ਵਿੱਚ ਮੈਂ ਉਹਨਾਂ ਨੂੰ ਨਜ਼ਮੀਤ ਵਾਲੇ ਗੀਤ ਕਹਿੰਦਾ ਆ, ਮਤਲਬ ਉਹਦੇ 'ਚ ਗੀਤ ਨੂੰ ਮੈਂ ਗਜ਼ਲ ਤੇ ਨਜ਼ਮ ਦੇ ਬਹੁਤ ਨੇੜੇ ਰੱਖਿਆ, ਤੇ ਇਹਨਾਂ ਦੋਨਾਂ ਨੂੰ ਗੀਤ ਵਿੱਚ ਢਾਲਿਆ ਇੱਕ ਤਰ੍ਹਾਂ ਨਾਲ। ਇਹ ਕਿਤੇ ਅਚਨਚੇਤ ਹੋਇਆ ਹੈ ਮੇਰੇ ਕੋਲੋਂ। ਉਹਨਾਂ ਦਿਨਾਂ ਦੇ ਅੱਤਵਾਦ ਦਾ ਬਹੁਤ ਭਾਰੂ ਦੌਰ ਸੀ, ਤੇ ਮੇਰੇ ਕਿਤੇ ਇੱਕ ਗੀਤ ਆਇਆ ਵੀ ਇਹਨਾਂ ਮੌਸਮਾਂ ਦੇ ਪਿੰਡਿਆਂ ਤੋਂ ਦਾਗ ਢੂੰਡੀਏ, ਇਹਨਾਂ ਕਾਲਖਾਂ 'ਚੋਂ ਰੰਗਾਂ ਦੇ ਸਰਾਗ। 1-2 ਗੀਤ ਮੈਂ ਅਚਨਚੇਤ ਆਏ ਇਹਨਾਂ ਦੇ, ਔਰ ਉਹਨਾਂ ਦਿਨਾਂ 'ਚ ਬਹੁਤ ਖੂਬਸੂਰਤ ਗੀਤ ਆਏ ਹੋਏ ਸੀ। ਆਇਆ ਸੀ ਤਾਰਾ ਸਿੰਘ ਕਾਮਲ ਹੁਣਾਂ ਦਾ, ਕਾਨੂੰ ਬਾਲਦੇ ਬਨੇਰਿਆਂ ਤੇ ਮੋਮਬੱਤੀਆਂ, ਲੰਘ ਜਾਣ ਦੇ ਬਾਜ਼ਾਰ 'ਚੋਂ ਹਵਾਵਾਂ ਤੱਤੀਆਂ, ਤੇ ਜਿਹਦੇ ਤੋਂ ਪ੍ਰੇਰਿਤ ਹੋ ਕੇ ਬਾਅਦ 'ਚ ਪਾਸ਼ ਬਾਈ ਆਪਣੇ ਪਾਤਰ ਬਾਈ ਹੁਣਾਂ ਨੇ ਉਹ ਗੀਤ ਲਿਖਿਆ ਵੀ
ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ, ਪਾਉਣਾ ਪੱਤੀਆਂ, ਉੱਠ ਜਗਾ ਦੇ ਮੋਹ। ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਦਾ ਅਸਰ ਸੀ ਮੇਰੇ ਤੇ। ਵੈਸੇ ਉੱਦਾਂ ਜਿਹੜੇ ਗਾਣਿਆਂ ਟਾਈਪ ਗੀਤ ਹੁੰਦੇ ਨਾ, ਮੈਂ ਉਹਨਾਂ ਨੂੰ ਡਿਫਰੈਂਸ਼ੀਏਟ ਕਰ ਲੈਣਾ, ਉਹਨਾਂ ਨੂੰ ਵੱਖਰਾ ਲੈਣਾ ਹੈ ਵੀ ਜਿਹੜੇ ਸਾਹਿਤਕ ਲਵੋ ਲਹਿਜੇ ਵਾਲੇ ਉਹ ਗੀਤ ਹੈ, ਤੇ ਜਿਹੜੇ ਗਾਉਂਦੇ ਆ ਬਹੁਤੇ ਸਾਡੇ ਗਾਣੇ ਉਹ ਗਾਣੇ ਆ, ਉਹੋ ਜਿਹੇ ਗਾਣੇ ਬਹੁਤ ਲਿਖੇ ਹੋਏ ਸੀ ਮੈਂ, ਮਤਲਬ ਵੱਡੇ ਪੱਧਰ ਤੇ ਲਿਖੇ ਹੋਏ ਸੀ, ਉਹਨਾਂ ਨੂੰ ਮੈਂ ਕਦੇ ਕਿਤੇ ਕੱਢਿਆ ਨਹੀਂ। ਤੇ ਹੁਣ ਤੱਕ ਰਗਵਾਜ ਗੁਜ ਗਏ ਉਹ ਮੇਰੇ ਦਿਮਾਗ 'ਚ ਪਹਿਲੇ ਗੀਤ ਜਿਹੜਾ ਉਹ ਬੈਠਾ, ਹਰ ਪੰਜਾਬੀ ਦੇ ਮੈਨੂੰ ਲੱਗਦਾ ਗੀਤ ਉਹ ਫਿਰ ਐਸਾ ਉਹਦਾ ਚੱਲਿਆ ਮੇਰਾ, ਮਤਲਬ ਵਹਾ। ਇੱਕ ਤਾਂ ਇੰਨਾ ਕੁਛ ਇਕੱਠਾ ਸੀ ਉਹ ਸਾਰਾ, ਉਸ ਸਮਾਂ ਹੀ ਇੱਦਾਂ ਦਾ ਸੀ ਕਿ ਮੈਂ ਉਹ ਪੂਰੀ ਦੀ ਪੂਰੀ ਕਿਤਾਬ ਜਿਹੜੀ ਆ ਉਹ ਲਗਭਗ 2.5 ਮਹੀਨੇ 'ਚ ਲਿਖਤੀ, ਠੀਕ, ਪੂਰੀ ਕਿਤਾਬ ਗੀਤਾਂ ਦੀ। ਤੇ ਉਦੋਂ ਬਾਅਦ ਅਗਲਾ ਫਿਰ ਗਜ਼ਲ ਦਾ ਹੈ ਮੇਰਾ, ਫਿਰ ਅੱਗੇ ਲਗਾਤਾਰ ਤੁਹਾਡੇ ਗਜ਼ਲ ਵਾਲੇ ਆਉਂਦੇ ਆ। ਸੋ ਉਹਦੇ ਕੋਈ ਪੱਕਾ ਪੀੜਾ ਨਹੀਂ ਸੀ, ਬਸ ਇੱਕ ਚੱਲ ਪਿਆ ਵਹਾ। ਦਰਦ ਕਹੇ ਦਹਲੀਜ਼ ਪਰ ਮੁਕਤ ਪ੍ਰਵਾਜ਼, ਨਾ ਅੰਤ ਨਾ ਆਦ, ਜੀ ਮੈਂ ਜੰਗਲ ਨੂੰ ਪੁੱਛਾਂਗਾ। ਇਹ ਸਾਰੇ ਜਿਹੜੇ ਨੇ ਇਹ ਗਜ਼ਲ ਸੰਗ੍ਰਹਿ ਤੁਹਾਡੇ ਆਉਂਦੇ ਨੇ। ਇਹ ਜਿੰਨੇ ਵੀ ਗਜ਼ਲ ਸੰਗ੍ਰਹਿ ਆ, ਜਿਵੇਂ ਗੀਤਾਂ ਤੋਂ ਬਾਅਦ ਲਗਾਤਾਰ ਤੁਹਾਡੇ ਇਹ 4 ਗਜ਼ਲ ਸੰਗ੍ਰਹਿ ਆਉਂਦੇ ਆ। ਤੁਹਾਨੂੰ ਕੀ ਲੱਗਦਾ ਸੀਗਾ ਕਿ ਮੈਂ ਕੰਫਰਟੇਬਲ ਗੀਤ ਲਿਖਣ ਵੇਲੇ ਆ ਜਾਂ ਗਜ਼ਲ ਲਿਖਣ ਵੇਲੇ ਆ? ਪਟਵਾਲ ਸਾਹਿਬ, ਮੈਨੂੰ ਨਾ ਤਾਂ ਗਜ਼ਲ ਲਿਖਣ ਵੇਲੇ ਕੋਈ ਕਦੇ ਦਿੱਕਤ ਆਈ ਹੈ, ਨਾ ਹੀ ਕਦੇ ਗੀਤ ਲਿਖਣ ਵੇਲੇ ਆਈ ਸੀ। ਹੁਣ ਜਿਵੇਂ ਮੈਂ ਸਭ ਤੋਂ ਆਖਰੀ ਜਿਹੜੀ ਹੁਣ ਤੱਕ ਦੀ ਕਿਤਾਬ ਹੈ ਕਿਸਾਨ ਸੰਘਰਸ਼ ਤੇ ਉਹ ਸਾਰੀ, ਉਹਦੇ ਵਿੱਚ ਮੈਂ ਗੀਤ ਵੀ ਲਿਖੇ, ਗਜ਼ਲਾਂ ਲਿਖੀਆਂ, ਦੋਹੇ ਲਿਖੇ, ਇੱਕ ਸਤਰੀ ਜਿਹੜੀ ਸਾਡੀ ਬਹੁਤ ਪਾਪੂਲਰ ਬੋਲੀ ਹੈ, ਬੜੀ ਲੋਕ, ਉਹਦੇ ਵਿੱਚ ਮੈਂ ਜਿਹੜਾ ਮੇਰਾ ਸਵਾਲ ਸੀਗਾ ਨਾ ਉਹ ਇਸ ਤਰ੍ਹਾਂ ਦਾ ਸੀਗਾ ਕਿ ਜਿਹੜੀ ਗਜ਼ਲ ਹੈ ਉਹਦੇ ਵਿੱਚ ਗੀਤ ਦੇ ਮੁਕਾਬਲੇ ਬੰਦਿਸ਼ ਜ਼ਿਆਦਾ ਹੈ, ਔਰ ਬੰਦਿਸ਼ ਹੈਗੀ ਆ। ਗੀਤ ਦੇ ਵਿੱਚ ਇੰਨੀ ਬੰਦਿਸ਼ ਨਹੀਂ ਹੁੰਦੀ ਤਾਂ ਬੰਦਿਸ਼ ਉੱਥੇ ਵੀ ਆ ਜਦੋਂ ਤੁਸੀਂ ਤੁਕ ਨਾ ਤੁਕ ਮਿਲਾਉਣੀਆਂ ਕਰਨਾ, ਉਹਦੇ ਵਿੱਚ ਭਾਵ ਵੀ ਪ੍ਰਗਟ ਕਰਨਾ, ਹੋਰ ਵੀ ਆ। ਮੈਂ ਇਸ ਗੱਲੇ ਸੀ ਗੀਤ ਦਾ ਇੱਦਾਂ ਜੀ, ਗੀਤ ਜਿਹੜਾ ਹੈ ਗਜ਼ਲ ਦੇ ਮੁਕਾਬਲਤਨ ਜਿਵੇਂ ਤੁਸੀਂ ਕਿਹਾ ਕਿ ਉਹਨੂੰ ਲਿਖਣਾ ਥੋੜਾ ਆਸਾਨ ਹੈ। ਮਤਲਬ ਇੱਕ ਤਾਂ ਉਹਦੇ 'ਚ ਭਾਵ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ। ਗਜ਼ਲ ਵਿਚਾਰ ਦੇ ਬੌਧਿਕਤਾ ਦੇ ਨੇੜੇ ਹੁੰਦੀ ਜਿਹੜੀ ਸਾਡੀ ਗਜ਼ਲ ਆ, ਮਤਲਬ ਉਰਦੂ ਵਾਲੀ ਨਹੀਂ। ਗੀਤ ਦੇ ਵਿੱਚ ਇੱਕ ਆਪ ਮੁਹਾਰਾ ਜਿਹੜਾ ਭਾਵ ਹੈ ਨਾ, ਉਹ ਉਹਦਾ ਵਹਾ ਚੱਲਦਾ, ਉਹਦਾ ਉਛਾਲ ਚੱਲਦਾ ਹੈ। ਅਤੇ ਦੂਸਰਾ ਹੈ ਵੀ ਗੀਤ ਵਿੱਚ ਗਜ਼ਲ ਵਾਂਗ ਕੋਈ ਨਿਸ਼ਚਿਤ ਪੱਕੀਆਂ ਪੀੜੀਆਂ ਬਹਿਰਾ ਨਹੀਂ ਹੈ। ਅਸੀਂ ਉਹਨੂੰ ਜਿੰਨਾ ਮਰਜ਼ੀ ਘਟਾ ਵਧਾ ਸਕਦੇ ਹਾਂ, ਈਵਨ ਕਿ ਉਹਦੀਆਂ ਸਤਰਾਂ ਨੂੰ ਵੀ ਘਟਾ ਵਧਾ ਸਕਦੇ ਹਾਂ। ਉਹਦੇ ਮੁਖੜੇ ਦੇ ਨਾਲ ਜ਼ਰੂਰੀ ਨੇ ਕਿ ਤੁਕਾਂਤ ਹੀ ਮਿਲੇ, ਉਸ ਤੋਂ ਬਿਨਾਂ ਵੀ ਅਸੀਂ ਲਿਖ ਸਕਦੇ ਹਾਂ। ਅਤੇ ਬਾਕੀ ਮੈਨੂੰ ਲੱਗਦਾ ਹੈ ਕਿ ਮੈਂ ਜਦੋਂ ਜ਼ਿਆਦਾ ਜਿਸ 'ਚ ਮੈਨੂੰ ਲੱਗਦਾ ਕਿ ਮੈਂ ਬਹੁਤ ਅੱਛੀ ਤਰ੍ਹਾਂ ਤੇ ਆਰਾਮ ਨਾਲ ਗੱਲ ਕਰਦਾ, ਹਾਲਾਂਕਿ ਗੀਤ ਮੈਂ ਬਹੁਤ ਲਿਖੇ, ਪਰ ਮੈਨੂੰ ਲੱਗਦਾ ਕਿ ਗਜ਼ਲ ਮੇਰੇ ਕੋਲੋਂ ਬਹੁਤ ਸਹਿਜ ਭਾਅ ਲਿਖੀ ਜਾਂਦੀ ਆ। ਹਾਲਾਂਕਿ ਉਹ ਆਪਣੇ ਆਪ ਦੇ ਵਿੱਚ ਬੜੀ ਮਤਲਬ ਇੱਕ ਬੰਦਿਸ਼ ਵਾਲੀ ਹੈ, ਪਰ ਮੈਨੂੰ ਕਦੇ ਲੱਗਿਆ ਹੀ ਨਹੀਂ। ਔਰ ਮੈਂ ਤੁਹਾਨੂੰ ਦੱਸਾਂਗਾ ਕਿ ਸਾਰੇ ਮਿੱਤਰਾਂ ਨੂੰ ਮੈਂ ਦੱਸਦਾ ਹੈਰਾਨ ਹੁੰਦੇ, ਮੈਂ ਇਹਦੀ ਕੋਈ ਕਿਤੇ ਟ੍ਰੇਨਿੰਗ ਨਹੀਂ ਲਈ। ਅੱਛਾ, ਗਜ਼ਲ ਦੀ ਨਹੀਂ ਤਾਂ ਹੁੰਦਾ ਕਿ ਆ ਮੇਰਾ ਉਸਤਾਦ ਹੈ। ਮੈਂ ਗਜ਼ਲ ਦੇ ਅਰੂਜ ਦਾ ਮੈਨੂੰ ਬਾਅਦ ਵਿੱਚ ਮੈਂ ਗਜ਼ਲ ਲਿਖਣ ਤੋਂ ਬਾਅਦ ਥੋੜਾ ਬੜਾ ਪਤਾ ਲਾਇਆ ਹੈ। ਹੁਣ ਹੈਗਾ ਮੈਨੂੰ, ਪਹਿਲਾਂ ਤਾਂ ਬਿਲਕੁਲ ਹੀ ਨਹੀਂ ਸੀ। ਤੇ ਮੈਂ ਉਸ ਤੋਂ ਬਿਨਾਂ ਹੀ ਅਭਿਆਸ ਦੇ ਨਾਲ ਹੀ ਕਿ ਫਿਰ ਬਾਅਦ 'ਚ ਇੱਕ ਵਾਰੀ ਗੱਲ ਕਰਦੇ ਕਿਸੇ ਨੇ ਗੱਲ ਸੁਣਾਈ ਵੀ ਉਰਦੂ ਦੇ ਜਿਹੜੇ ਉਸਤਾਦ ਕੋਲ ਵੱਡੇ ਕੋਲ ਕੋਈ ਜਾਂਦਾ ਸੀ ਨਾ ਸ਼ਾਇਰ ਨਵਾਂ, ਬਈ ਮੈਂ ਉਸ ਗਜ਼ਲ ਲਿਖਣੀ ਸੀ, ਉਹ ਕਹਿੰਦਾ ਸੀ ਪਹਿਲਾਂ 500 ਤੋਂ ਲੈ ਕੇ 5000 ਤੱਕ ਉਹ ਕਹਿੰਦੇ ਸ਼ੇਅਰ ਯਾਦ ਕਰ ਵੱਡੇ ਸ਼ਹਿਰਾਂ ਦੇ। ਉਹਦਾ ਮੈਨੂੰ ਲੱਗਿਆ ਕਿ ਉਹਦਾ ਮਸਲਾ ਹੀ ਇਹ ਸੀ ਵੀ 5000 ਯਾਦ ਕਰਦੇ ਕਰਦੇ ਬਹਿਰਾ ਵਜਨ ਸਭ ਕੁਝ ਤੁਹਾਡੇ ਅੰਦਰ, ਜਿਵੇਂ ਭਾਸ਼ਾ ਦੀ ਵਿਆਕਰਨ ਬਹਿ ਜਾਂਦੀ ਆ। ਹੁਣ ਆਪਾਂ ਪੰਜਾਬੀ ਬੋਲਣ ਵਾਲੇ ਜਾਂ ਕਿਸੇ ਵੀ ਮਾਤ ਭਾਸ਼ਾ ਵਾਲਾ ਬੱਚੇ ਨੂੰ ਵਿਆਕਰਨ ਥੋੜੀ ਸਿਖਾਉਣੇ, ਆਪੇ ਆ ਜਾਂਦੀ, ਆਪਣੇ ਆਪ ਇਹ ਵੀ ਆਪਣੇ ਆਪ ਆ ਜਾਂਦੀ ਆ। ਤੇ ਉਹ ਤਾਂ ਹੀ ਸਿੱਖਦੇ। ਹੁਣ ਮੁੰਡੇ ਨੂੰ ਪਤਾ ਕਿ ਇਹ ਕਹਿਣਾ ਮੈਂ ਜਾਂਦਾ ਹਾਂ, ਮੈਂ ਜਾਂਦੀ ਹਾਂ ਨਹੀਂ ਕਹਿਣਾ, ਆਪਾਂ ਉਹਨੂੰ ਕਿਤੇ ਨਹੀਂ ਸਿਖਾਇਆ। ਇਸੇ ਕਰਕੇ ਵੱਡੇ ਸ਼ਾਇਰਾਂ ਨੂੰ ਪੜ੍ਹਦੇ ਸਾਰੀਆਂ ਬਹਿਰਾਂ ਤੇ ਇਹ ਵਜਨ ਮੈਨੂੰ ਉਹਨਾਂ ਦਾ ਅੰਦਰ ਇਹਦੇ ਨਾਲ ਜੁੜਿਆ ਹੀ। ਜੱਜ ਇੱਕ ਮੇਰੇ ਮਨ 'ਚ ਹੋਰ ਸਵਾਲ ਆਉਂਦਾ
ਕਿ ਕਿਉਂਕਿ ਚਾਹੇ ਆਪਾਂ ਕਹਾਣੀ ਲਿਖਦੇ ਹਾਂ, ਨਾਵਲ ਲਿਖਦੇ ਹਾਂ, ਗਜ਼ਲ ਕਵਿਤਾ ਲਿਖਦੇ ਹਾਂ, ਮੁੱਖ ਤੌਰ 'ਤੇ ਆਪਣੀ ਜਿਹੜੀ ਸੰਬੋਧਨੀ ਸੁਰ ਆ ਉਹ ਪਾਠਕ ਤਾਈਂ ਆ। ਪਾਠਕ ਦੀ ਰਸਾਈ ਗਜ਼ਲ ਨਾਲੋਂ ਗੀਤ 'ਚ ਵੱਧ ਹੈ ਜੀ। ਜਾਂ ਇਹ ਕਹੀਏ ਕਿ ਜਿਹੜੀ ਤੁਹਾਡੀ ਗੱਲ ਹੈ ਲੋਕਾਂ ਤੱਕ ਜਦੋਂ ਜਾਣੀ ਹੈ ਉਹ ਗੀਤ 'ਚ ਬੜੀ ਆਸਾਨੀ ਨਾਲ ਜਾਂਦੀ ਹੈ। ਗਜ਼ਲ ਜਿਹੜੀ ਹੈ ਕੋਈ ਖ਼ਾਸ ਦਾਇਰੇ ਤੱਕ ਸੀਮਤ ਰਹਿੰਦੀ ਹੈ। ਮੈਂ ਇਹ ਦੇਖਿਆ ਜੀ, ਕਿਉਂਕਿ ਮੈਂ ਬਹੁਤ ਜ਼ਿਆਦਾ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਆ ਉਹ ਆਉਂਦਾ ਜਾਂਦਾ ਹੈ, ਅਤੇ ਉਹ ਕਵੀ ਦਰਬਾਰ ਯੂਨੀਵਰਸਿਟੀਆਂ ਦੀ ਐਨ ਚੰਗੀ ਪੜ੍ਹੀ ਲਿਖੀ ਸਾਧ ਸੰਗਤ ਤੋਂ ਲੈ ਕੇ ਜਨ ਸਧਾਰਨ ਆਮ ਜਿਹੜਾ ਬੰਦਾ ਉਹਨਾਂ ਤੱਕ ਵੀ ਹੈਗੀ ਆ। ਅਤੇ ਉਹਦਾ ਹੁਣ ਨਵਾਂ ਤਜਰਬਾ ਹੀ ਸਿੰਘੂ ਅਤੇ ਟਿੱਕਰੀ ਬਾਰਡਰ ਵਾਲੀਆਂ ਥਾਵਾਂ 'ਤੇ ਵੇਖਿਆ। ਉਹ ਆਪਣੀਆਂ ਬਹੁਤ ਵੱਡੀਆਂ ਯੂਨੀਵਰਸਿਟੀਆਂ ਨੇ। ਜਦੋਂ ਉੱਥੇ ਮੈਂ ਵੇਖਿਆ ਵੀ ਗਜ਼ਲ ਪੜ੍ਹੀ ਦੀ ਆ ਤਾਂ ਗਜ਼ਲ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਲੋਕਾਂ ਨੂੰ। ਠੀਕ ਹੈ। ਗੀਤ ਜ਼ਿਆਦਾ ਉਦੋਂ ਪ੍ਰਭਾਵਿਤ ਕਰਦਾ ਜਦੋਂ ਗਾਇਆ ਜਾਂਦਾ ਹੈ। ਗਾਉਣ ਤੋਂ ਬਿਨਾਂ ਮੈਨੂੰ ਲੱਗਦਾ ਕਿ ਗੀਤ ਸੁਣਾਇਆ ਜਾਵੇ ਬੋਲ ਕੇ ਤਾਂ ਪ੍ਰਭਾਵਿਤ ਨਹੀਂ ਕਰਦਾ। ਸ਼ੇਅਰ ਪ੍ਰਭਾਵਿਤ ਕਰਦਾ ਬਹੁਤ। ਹਾਂ, ਬਸ਼ਰਤੇ ਕਿ ਉਸ ਸ਼ੇਅਰ ਦੇ ਵਿੱਚ ਜਾਨ ਹੋਵੇ। ਹਾਂ, ਜਾਨ ਹੋਵੇ ਅਤੇ ਉਹਨਾਂ ਦੇ ਮੇਚ ਆਉਣ ਵਾਲਾ ਹੋਵੇ, ਗੱਲ ਕਰ ਰਿਹਾ ਹੋਵੇ ਜਿਸ ਸਰੋਤੇ ਨੂੰ ਤੁਸੀਂ ਸੰਬੋਧਨ ਕਰ ਰਹੇ ਹਾਂ ਉਹਦੇ ਲਈ। ਅਤੇ ਅਗਲੀ ਗੱਲ ਇਹ ਕਿ ਤੁਹਾਨੂੰ ਸੁਣਾਉਣਾ ਵੀ ਆਉਂਦਾ ਹੋਵੇ, ਅੰਦਾਜ਼ ਵੀ ਹੋਵੇ। ਇਹ ਪਹਿਲੀ ਸ਼ਰਤ ਹੈ। ਅਗਰ ਸਟੇਜ 'ਤੇ ਤਾਂ ਫਿਰ ਸੁਣਾਉਣਾ ਆਉਂਦਾ ਹੋਵੇ। ਬਿਲਕੁਲ ਬਿਲਕੁਲ, ਇਹ ਆ। ਅਤੇ ਬਾਕੀ ਉਦੋਂ ਕੋਈ ਫਰਕ ਨਹੀਂ ਮੈਨੂੰ ਲੱਗਿਆ ਕਦੇ ਵੀ ਇਹਦੇ ਵਿੱਚ ਕੋਈ ਹੈ। ਇੱਕ ਤੁਹਾਡੀ ਪਿੱਛੇ ਜਿਹੇ ਕਿਤਾਬ ਆਈ ਸੀ, ਬਿਨ ਰੁੱਖ ਰਿਜ਼ਕ ਨਾ ਰਾਸ ਜੀ। ਉਹਦੇ ਵਿੱਚ ਪੰਜਾਬੀ ਦਾ ਜਿਹੜਾ ਲੋਕ ਮੁਹਾਵਰਾ ਆ, ਜਿਹੜੇ ਲੋਕ ਰੂਪ ਹੈ, ਕਾਵਿ ਦੇ ਲੋਕ ਰੂਪ ਹੈ, ਦੋਹਾ ਹੈ, ਟੱਪੇ ਹੈ, ਹੋਰ ਹੈ, ਉਹ ਵੀ ਸਾਰੇ ਇਹਦੇ 'ਚ ਸੀਗੇ। ਇਹਦੇ 'ਚ ਉਸ ਕਿਤਾਬ ਦੇ ਵਿੱਚ ਕਿ ਰੁੱਖਾਂ ਨਾਲ ਸਹਾਰੇ ਇੱਕ ਵੱਖਰੀ ਤਰ੍ਹਾਂ ਦਾ ਕਾਵਿ ਉਸਾਰਨ ਦਾ ਯਤਨ ਕੀਤਾ। ਇਹ ਕਿਵੇਂ ਆਇਆ ਮਤਲਬ ਜ਼ਿਹਨ 'ਚ ਕਿ ਇਹ ਮੈਨੂੰ ਕੰਮ ਕਰਨਾ ਚਾਹੀਦਾ? ਕਿ ਕੀ ਇਹ ਜਿਹੜਾ ਵਾਤਾਵਰਣ ਗੰਧਲਾ ਹੋ ਰਿਹਾ ਉਹਦੇ ਤੋਂ, ਜਾਂ ਮਨੁੱਖ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਉਹਦੇ ਤੋਂ, ਇਹਦੇ ਪਿੱਛੇ ਕਿਹੜੀ ਪ੍ਰੇਰਨਾ ਸੀ? ਅਸਲ ਵਿੱਚ ਮੈਨੂੰ ਨਾ ਬਹੁਤ ਸ਼ੌਕ ਆ ਇਹਦਾ ਫੁੱਲ ਬੂਟੇ ਲਾਉਣ ਦਾ, ਅਤੇ ਇੱਥੋਂ ਤੱਕ ਕਿ ਆਪਣੇ ਜੋਗੀ ਖੇਤੀ ਕਰਨ ਦਾ, ਮਤਲਬ ਸਬਜ਼ੀਆਂ ਲਾਉਣ ਦਾ, ਹੋਰ ਸਾਰਾ ਕੁਝ ਵੀ ਕੁਦਰਤੀ ਜਿਹੜਾ ਹੁੰਦਾ ਉਹ। ਅਤੇ ਇਹ ਤਾਂ ਮੈਂ ਪਹਿਲਾਂ ਹੀ ਕਰਦਾ ਸੀ। ਅਚਨਚੇਤ ਜਦੋਂ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਫੌਰੀ ਕੀ ਹੋਇਆ ਕਿ ਇੱਕ ਤਾਂ ਮੇਰੇ ਪਹਿਲਾਂ ਵੀ ਕਈ ਵਾਰੀ ਦਿਮਾਗ 'ਚ ਆਉਂਦਾ ਵੀ ਆ ਯਾਰ, ਜਦੋਂ ਸਾਡੇ ਫਗਵਾੜੇ ਇੱਕ ਵਾਤਾਵਰਨ ਸੁਸਾਇਟੀ ਆ ਤਾਂ ਉਹ ਹਰ ਸਾਲ ਮਨਾਉਂਦੇ ਆ ਵਾਤਾਵਰਨ ਦੇ। ਮੈਂ ਕਿਹਾ ਇਹਨਾਂ ਕੋਲ ਉਹੀ 4-5 ਰੁੱਖਾਂ ਬਾਰੇ ਹਾਂ, ਅਤੇ ਇੱਕ ਰੁੱਖ 100 ਸੁੱਖ, 1-2 ਹੋਰ ਇਹਦੋਂ ਗਾਂ ਇਹਨਾਂ ਕੋਲ ਮੁੱਕ ਗਿਆ। ਫਿਰ ਇੱਕ ਸਾਡਾ ਨੌਜਵਾਨ ਸੀ ਅੰਮ੍ਰਿਤਸਰ, ਮੈਨੂੰ ਕਹਿੰਦਾ ਭਾਜੀ ਅਸੀਂ ਨਾ ਹਰਿਆਲੀ ਮੂਵਮੈਂਟ ਚਲਾਉਂਦੇ ਹਾਂ, ਹਰਿਆਲੀ ਦੇ ਵਾਸਤੇ ਲਹਿਰ, ਅਤੇ ਅਸੀਂ ਨਾ ਉਹਦੇ ਲਈ ਸਲੋਗਨ ਚਾਹੀਦੇ ਸਨ। ਅੱਛਾ। ਮੈਂ ਕਿਹਾ ਚੱਲ ਵੇਖਦਾ। ਮੈਂ 5-7, ਉਹ ਕਹਿੰਦਾ 5-7 ਲਿਖ ਦਿਓ ਇੱਦਾਂ ਹਿਸਾਬ। ਜਦੋਂ ਮੈਂ ਸ਼ੁਰੂ ਹੋਇਆ ਮੇਰਾ ਫਿਰ ਸ਼ੁਰੂ ਹੋ ਗਿਆ ਕੰਮ। ਫਿਰ ਬਸ ਉਹ ਐਸਾ ਸ਼ੁਰੂ ਹੋਇਆ ਕਿ ਉਹ ਸਾਰਾ ਕੁਦਰਤ ਦਾ ਜਿਹੜਾ ਆ ਸਤਿਆਨਾਸ਼ ਹੋਇਆ ਆ, ਅਤੇ ਉਹਦੇ 'ਚ ਰੁੱਖਾਂ ਦੀ ਕੀ ਭੂਮਿਕਾ ਆ। ਫਿਰ ਉਹ ਸਾਰੇ ਨੂੰ ਮੈਂ ਲੰਬੇ ਤੌਰ 'ਤੇ ਵਿਸਤਾਰਿਆ, ਅਤੇ ਹਰ ਲੰਬੀ ਜਦੋਂ ਅਸੀਂ ਵਿਸਤਾਰਾਂਗੇ ਕਿਸੇ ਚੀਜ਼ ਨੂੰ ਦੂਰ ਤੱਕ, ਅਤੇ ਉਹਦੇ 'ਚ ਬੇਹੱਦ ਦੁਹਰਾਓ ਆਉਣ ਦੀ ਮਤਲਬ ਜਿਹੜੀ ਸੰਭਾਵਨਾ ਬਣੀ ਰਹਿੰਦੀ ਆ। ਫਿਰ ਮੇਰੇ ਕੋਲ ਇੱਕੋ ਹੀ ਉਹ ਪਹਿਲੀ ਜਿਹੜੀ ਲੰਬੀ ਮੈਂ ਗਜ਼ਲ ਦੇ ਰੂਪ 'ਚ ਲਿਖਿਆ ਸੀ, ਉਦੋਂ ਵੀ ਮੈਂ ਉਹੀ ਵਰਤਿਆ, ਇਹਦੇ 'ਚ ਵੀ ਉਹੀ ਵਰਤਿਆ ਵੀ ਜਿੰਨਾ ਸਾਡਾ ਇਤਿਹਾਸ ਮਿਥਿਹਾਸ ਹੈ ਉਹਨੂੰ ਰੁੱਖਾਂ ਦੇ ਨਾਲ ਮਤਲਬ ਜੋੜ ਲਿਆ, ਅਤੇ ਰੁੱਖਾਂ ਨਾਲ ਜੋੜ ਕੇ ਉਹਦੇ ਲੰਬੇ ਇੱਕ ਕਲੇਵਰ ਬਣਾ ਲਿਆ, ਉਹਦਾ ਇੱਕ ਲੰਬਾ ਚੌੜਾ ਦਾਇਰਾ ਬਣਾ ਲਿਆ। ਉਹਦੇ 'ਚ ਅਸਲ ਹੈ ਕੀ ਆ ਕਿ ਉਹ ਸਾਰੇ ਮੁੱਖ ਤੌਰ 'ਤੇ ਦੋਹੇ ਵਾਂਗ ਹੈ, ਅਤੇ ਹੈਗੇ ਉਹ ਪੋਇਟਿਕ ਸਲੋਗਨ ਆ, ਅਸਲ 'ਚ ਕਾਵਿਕ ਨਾਰਾ ਆ ਇੱਕ ਤਰ੍ਹਾਂ ਦਾ। ਹਾਂ, ਮਤਲਬ ਜਿਵੇਂ ਮੈਂ ਕਹਿੰਦਾ ਕਿ ਰੁੱਖ ਦੀ ਛਾਂ ਸਦੀਵੀ ਮਾਂ, ਇਸ ਕਿਸਮ ਦੇ ਆ। ਠੀਕ ਹੈ। ਅੱਛਾ, ਬਹੁਤ ਛੋਟੇ ਵੀ ਆ, 2-2 ਸ਼ਬਦਾਂ ਵਾਲੇ ਵੀ, ਅਤੇ ਕੁਛ ਲੰਬੇ ਵੀ ਆ, ਪਰ ਹੈਗੇ ਸਾਰੇ ਸਲੋਗਨ ਦੇ ਰੂਪ 'ਚ ਆ, 2 ਸਤਰਾਂ ਦੇ ਵਿੱਚ ਹੀ ਆ। ਅਤੇ ਸਾਰਿਆਂ ਦੀ ਉਹਦੀ ਖਾਸੀਅਤ ਵੀ ਉਹਨਾਂ 'ਚ ਹਰ ਉਹਦੇ ਮਤਲਬ 2 ਮਿਸਰਿਆਂ 'ਚ ਇੱਕ ਦੇ ਵਿੱਚ ਰੁੱਖ ਜ਼ਰੂਰ ਆਉਂਦਾ। ਇੱਕ ਫਿਰ ਉਹਦੇ 'ਚ ਮੈਂ ਪੂਰਾ 12 ਮਾਹ ਲਿਖਿਆ,
ਅੱਛਾ, ਇਹ ਰੁੱਖਾਂ ਦੇ ਪ੍ਰਸੰਗ ਜੀ, ਵੀ ਹਰ ਮਹੀਨੇ 'ਚ ਚੇਤ ਤੋਂ ਲੈ ਕੇ ਪੂਰੇ ਸਾਲ 'ਚ ਰੁੱਖ ਕਿਵੇਂ ਬਦਲਦੇ ਆ, ਰੁੱਖਾਂ ਦੀ ਕਿੱਥੇ ਕੀ ਅਹਿਮੀਅਤ ਬਣਦੀ ਆ, ਤੇ ਉਸ ਸਮੇਂ ਦੇ ਵਿੱਚ ਜਿਹੜੇ ਇਤਿਹਾਸ 'ਚ ਜਿਹੜੀਆਂ ਗੱਲਾਂ ਵਾਪਰੀਆਂ ਇਤਿਹਾਸ ਵਿੱਚ ਖਾਸ ਕਰ, ਜਿਵੇਂ 23 ਮਾਰਚ ਆਉਂਦਾ, ਮੈਂ 23 ਮਾਰਚ ਨੂੰ ਵੀ ਰੁੱਖਾਂ ਦੇ ਨਾਲ ਜੋੜ ਕੇ ਭਗਤ ਸਿੰਘ ਦੀ ਸ਼ਹਾਦਤ ਵੱਖਰੇ ਤੋਂ ਲਿਆ। ਤੇ ਜਿੰਨੇ ਉਸ ਮਹੀਨੇ 'ਚ ਇੱਦਾਂ ਦੀਆਂ ਗੱਲਾਂ ਆਉਂਦੀਆਂ ਸੀ ਇਤਿਹਾਸਕ ਤੌਰ 'ਤੇ, ਉਹ ਸਾਰੀਆਂ ਮੈਂ ਰੁੱਖਾਂ ਨਾਲ ਜੋੜ ਕੇ ਲਿਆਂਦੀਆਂ। ਫਸਲਾਂ, ਹੋਰ ਤਿਉਹਾਰ, ਜਿੰਨੇ ਵੀ ਤਿਉਹਾਰ ਹੈ ਸਾਰੇ ਦੇ ਸਾਰੇ, ਹਰ ਚੀਜ਼ ਉਹਦੇ 'ਚ ਲਿਆਂਦੀ ਮੈਂ। ਮਤਲਬ ਇਕੱਲੇ ਇਹ ਨਹੀਂ ਹੈ। ਫਿਰ ਉਹਦੇ 'ਚ ਇੱਕ ਨਵਾਂ ਈਡੀਅਮ ਮੁਹਾਵਰਾ ਸਿਰਜਣ ਦੀ ਵੀ ਮੈਂ ਕੋਸ਼ਿਸ਼ ਕੀਤੀ। ਜਿਵੇਂ ਉਹਦੇ 'ਚ ਇੱਕ ਮੈਨੂੰ ਯਾਦ ਆ ਰਿਹਾ ਹੈ ਕਿ ਵੱਢ ਕੇ ਰੁੱਖ ਸੁਕਾ ਕੇ ਝੀਲਾਂ, ਦੰਭੀ ਨੇ ਜੋ ਲਾਉਣ ਛਬੀਲਾਂ। ਬਿਲਕੁਲ, ਹਾਂ, ਵੀ ਜਿਹੜੇ ਇਹ ਕੰਮ ਕਰਦੇ ਰੁੱਖ ਵੱਢੀ ਜਾਂਦੇ, ਝੀਲਾਂ ਸੁਕਾਤੀਆਂ ਤੇ ਛਬੀਲਾਂ ਲਾ ਕੇ ਬਹਿ ਗਏ। ਉਹਦੇ 'ਚ ਇੱਦਾਂ ਦਾ ਵੀ ਬਹੁਤ ਕੁਛ ਹੈ, ਠੀਕ ਹੈ, ਸਾਰਾ ਕੁਝ ਹੈ। ਤੇ ਇਹ ਇੱਕ ਇਹਨੂੰ ਮੈਂ 2 ਚੀਜ਼ਾਂ ਜਿਹੜੀਆਂ ਅਚਨਚੇਤ ਸ਼ੁਰੂ ਹੋਈਆਂ ਮੇਰੇ ਕੋਲ, ਤੇ ਫਿਰ ਉਹਨਾਂ ਨੂੰ ਮੈਂ ਇੱਕ ਜਿਵੇਂ ਕਹਿੰਦੇ ਪ੍ਰੋਜੈਕਟ ਬਣਾ ਕੇ ਲਿਖਿਆ। ਠੀਕ ਹੈ, ਨਹੀਂ ਉਹ ਪੁਸਤਕ ਇਦਾਂ ਹੀ ਹੈ ਜਿਵੇਂ ਪ੍ਰੋਜੈਕਟ ਬਣਾ ਕੇ ਲਿਖੀ। ਸ਼ੁਰੂ ਉਹ ਸਹਿਜ ਸੁਭਾਈ ਹੋਈਆਂ, ਤੇ ਫਿਰ ਮੈਂ ਉਹਨਾਂ ਨੂੰ ਇੱਕ ਪੂਰਾ ਉਹਦੇ ਬਾਰੇ ਸੋਚ ਸਮਝ ਕੇ ਤੇ ਉਹਨੂੰ ਪੂਰਾ ਕੀਤਾ। ਇਹ ਸਾਰੇ ਦਾ ਨਾਲੇ ਪੰਜਾਬੀ ਜਨ ਜੀਵਨ ਤੇ ਬਨਸਪਤੀ ਰੁੱਖਾਂ ਤੋਂ ਬਿਨਾਂ ਸੰਭਵ ਹੀ ਨਹੀਂ, ਕਿਉਂਕਿ ਜਿਹੜੇ ਖਿੱਤੇ 'ਚ ਆਪਾਂ ਰਹਿ ਰਹੇ ਹਾਂ ਔਰ ਜਿਹੜਾ ਇਹਦਾ ਆਪਾਂ ਰੁੱਖਾਂ ਦਾ ਬਨਸਪਤੀ ਦਾ ਲਾਹਾ ਲੈ ਰਹੇ ਹਾਂ, ਉਹ ਬੇਸ਼ਕੀਮਤੀ ਦੌਲਤ ਹੈ ਆਪਣੇ ਕੋਲ ਕੁਦਰਤ ਦੀ। ਜੀ। ਇਹ ਹੁਣ ਤੁਹਾਡੀ 2022 ਦੇ ਵਿੱਚ ਪੁਸਤਕ ਆਈ ਹੈ ਕਿਸਾਨ ਕੂਚ ਜੀ। ਇਹ ਜਿਵੇਂ ਸਾਡੇ ਦਰਸ਼ਕ ਵੀ ਜਾਣਦੇ ਆ ਕਿ 1 ਸਾਲ ਤੋਂ ਵੱਧ 3 ਮੋਰਚੇ, ਸਿੰਘੂ, ਟਿੱਕਰੀ ਤੇ ਕੁੰਡਲੀ ਲੱਗੇ ਰਹੇ ਕਿ ਇਹ ਜਿਹੜੇ 3 ਮੋਰਚੇ ਆ, ਇਹਨਾਂ ਨੇ ਪੰਜਾਬ ਦੇ ਉੱਪਰ ਜਿਹੜੇ ਲੇਬਲ ਲਾਏ ਸੀਗੇ, ਇਹ ਨਸ਼ਈ ਹੋ ਗਿਆ, ਫਲਾਨਾ ਹੋ ਗਿਆ, ਢਮਕਾਨਾ ਹੋ ਗਿਆ, ਉਹਨੂੰ ਤਾਂ ਧੋਤਾ ਹੀ। ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਇੱਕ ਜਿਹੜੀ ਨਾ ਕਿਸਾਨੀ ਦੇ ਵਿੱਚ ਚੇਤਨਾ ਆਈ ਹੈ, ਉਹ ਬਹੁਤ ਵੱਡੀ ਸੀ ਜੀ। ਤੇ ਜਿਹੜੀ ਇਹ ਤੁਹਾਡੀ ਪੁਸਤਕ ਹੈ ਕਿਸਾਨ ਕੂਚ, ਉਹ ਕਿਉਂਕਿ ਤੁਸੀਂ 1 ਤੋਂ ਵੱਧ ਵਾਰ ਚਾਹੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਗਏ ਹੋ, ਚਾਹੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਦੋਸਤਾਂ ਨੂੰ ਨਾਲ ਲੈ ਕੇ ਗਏ ਆ, ਜਾਂ ਵੈਸੇ ਹੀ ਲੇਖਕ ਮਿੱਤਰ ਉੱਥੇ ਗਏ ਆ, ਬਾਰ-ਬਾਰ ਜਾਂਦੇ ਰਹੇ ਆ, ਤੇ ਤੁਸੀਂ ਉਸ ਥਾਂ ਜਾ ਕੇ ਕਿਵੇਂ ਮਹਿਸੂਸ ਕਰਦੇ ਸੀ ਜਿਹਦੇ ਵਿੱਚੋਂ ਇਹ ਪੁਸਤਕ ਨਿਕਲਦੀ ਆ? ਇਸ ਤਰ੍ਹਾਂ ਮੈਂ ਜਦੋਂ ਇਹ ਕਿਤਾਬ ਦਾ ਖਰੜਾ ਤਿਆਰ ਕੀਤਾ ਤਾਂ ਇਹਦੇ ਮੈਂ ਕੁਝ ਖੰਡ ਬਣਾਏ। ਉਹਨਾਂ 'ਚੋਂ ਜਿਹੜਾ ਪਹਿਲਾ ਆ ਉਹ ਹੈ ਕਿਸਾਨ ਕੂਚ ਤੋਂ ਪੂਰਬਲੇ ਬੋਲ, ਜੋ ਪਹਿਲਾਂ ਲਿਖੇ ਗਏ। ਤੇ ਉਹਨਾਂ 'ਚੋਂ ਮੇਰਾ ਇੱਕ ਗੀਤ ਸੀ ਕਿ ਤੂੰ ਕਿੰਜ ਆਲਣਾ ਸਾਂਭੇਗਾ ਜਦ ਬਿਰਖ ਉਹਨਾਂ ਕਟਵਾ ਦੇਣਾ, ਤੂੰ ਮਰਦਾ ਚੰਦ ਸਿਆੜਾਂ ਲਈ ਉਹਨਾਂ ਪੂਰਾ ਦੇਸ਼ ਵਕਾ ਦੇ। ਇਹ ਮੈਂ ਉਸ ਵੇਲੇ ਲਿਖਿਆ ਸੀ, ਲਗਭਗ 25 ਸਾਲ ਦੇ ਕਰੀਬ ਪਹਿਲਾਂ, ਜਦੋਂ ਮਨਮੋਹਨ ਸਿੰਘ ਜੀ 1992 ਦੇ ਵਿੱਚ ਜਦੋਂ ਇਹ ਬਣਿਆ ਫਾਈਨਾਂਸ ਮਿਨਿਸਟਰ ਬਣੇ ਪਹਿਲੀ ਵਾਰੀ, ਤੇ ਉਹ ਗੈਟ ਸਮਝੌਤਾ ਤੇ ਜੇ ਉਹ ਆਏ। ਇਹ ਵੀ ਅਜੀਬ ਇਤਫਾਕ ਸੀ ਕਿ ਇੱਕ ਬੰਨੇ ਇਹਦੇ ਤੇ ਮਨਮੋਹਨ ਸਿੰਘ ਜੀ ਦਸਤਖਤ ਕਰ ਰਹੇ ਸੀ, ਤੇ ਦੂਜੇ ਬੰਨੇ ਇੱਕੋ ਦਿਨ 2 ਖਬਰਾਂ ਛਪੀਆਂ, ਇੱਕ ਇਹ ਦਸਤਖਤ ਕਰਨ ਦੀ ਤੇ ਇੱਕ ਬਠਿੰਡੇ ਕਿਸਾਨਾਂ ਦਾ ਕਿਸੇ ਗੱਲ ਤੇ ਛੋਟਾ ਜਿਹਾ ਮਜ਼ਾਰਾ ਹੋ ਰਿਹਾ ਸੀ। ਤੇ ਇੱਕਦਮ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਵੀ ਤੁਸੀਂ ਤੇ ਨਿੱਕੇ ਮੋਟੇ ਖੱਤਿਆਂ ਦੀ ਮਜ਼ਾਰੇ ਕਰਨ ਦੇ, ਉਹਨਾਂ ਨੇ ਤਾਂ ਦੇਸ਼ ਹੀ ਜਿਹੜਾ ਲਾਉਣ ਦਾ। ਹੈਰਾਨੀਦਾਇਕ ਭਾਜੀ ਗੱਲ ਇਹ ਹੈ ਕਿ ਉਹ ਗੀਤ ਕਿਸਾਨ ਸੰਘਰਸ਼ ਵੇਲੇ ਆ ਕੇ ਇੰਨਾ ਮਤਲਬ ਪ੍ਰਚਲਿਤ ਹੋਇਆ, ਇੰਨਾ ਗਾਇਆ ਗਿਆ। ਉਹ ਕੁੜੀ ਨੇ ਇੱਕ ਨੇ ਉਹਨੂੰ ਆਵਾਜ਼ 'ਚ ਆਪਣੀ 'ਚ ਗਾਇਆ, ਪਰਮਜੀਤ ਨੇ ਬਟਾਲੇ ਤੋਂ ਗਿਆ। ਉਹ ਮਤਲਬ ਪਤਾ ਨਹੀਂ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਨਾ ਉਹ ਹੋਇਆ, ਵੇਖਿਆ ਗਿਆ, ਸੁਣਿਆ ਗਿਆ। ਤੇ ਉਹ ਗੱਲ ਤਾਂ ਮੇਰੇ ਪਹਿਲਾਂ ਸੀ, ਹੋਰ ਵੀ ਬਹੁਤ ਸਾਰੇ ਗੀਤ ਜਿਹੜੇ ਪਹਿਲਾਂ ਲਿਖੇ ਗਏ ਇਹਦੇ ਤੋਂ। ਪਰ ਇੱਥੇ ਜਦੋਂ ਅਸੀਂ ਗਏ ਤੇ ਮੈਨੂੰ ਉੱਥੇ ਵੀ ਜਦੋਂ ਤੁਸੀਂ ਇਹ ਗੀਤ ਦੀ ਗੱਲ ਕਰਦੇ ਨਾ ਇਦੋਂ ਪਹਿਲਾਂ ਲਿਖੇ ਦੀ, ਤੇ ਮੈਨੂੰ ਉਹ 1907-08 ਵਾਲਾ ਜਿਹੜਾ ਨਾ ਅਜੀਤ ਸਿੰਘ ਹੋਰਾਂ ਨੇ ਮੋਰਚਾ ਲਾਇਆ ਸੀ, ਤੇ ਉਹ ਸੀਗਾ ਪਗੜੀ ਸੰਭਾਲ ਜੱਟਾ ਗੀਤ, ਕਿ ਉਦੋਂ ਵੀ ਮੋਰਚੇ ਦੀ ਸ਼ੁਰੂਆਤ ਇਦਾਂ ਦੀ ਹੋਈ ਸੀ ਕਿ ਉਹਦਾ ਉਹ ਮੂਵਮੈਂਟ ਦਾ ਨਾਂ ਹੀ ਇਹਦੇ ਨਾਂ ਤੇ ਆ ਗਿਆ, ਨਾਂ ਹੀ ਉਹਦੇ ਤੇ ਆ ਗਿਆ। ਸੋ ਇਹ ਫਿਰ ਜਦੋਂ ਅਸੀਂ ਇਹ ਸ਼ੁਰੂ ਹੋਇਆ ਮੋਰਚਾ,
ਤੇ ਅਸੀਂ ਪਹਿਲੇ ਦਿਨੋਂ ਹੀ, ਜਦੋਂ ਅਜੇ ਦਿੱਲੀ ਨਹੀਂ ਸੀ ਪਹੁੰਚਿਆ, ਪੰਜਾਬ 'ਚ ਸ਼ੁਰੂ ਹੋਇਆ ਸੀ, ਅਸੀਂ ਉਦੋਂ ਤੋਂ ਹੀ ਨਾਲ ਜੁੜ ਗਏ ਸੀ, ਕਿਉਂਕਿ ਉਦੋਂ ਹੀ ਸਾਨੂੰ ਸੰਭਾਵਨਾ ਲੱਗਦੀ ਕਿ ਇਹ ਹੁਣ ਇਸ ਵਾਰੀ ਬਹੁਤ ਲੰਬਾ ਕੋਈ ਯੁੱਧ ਹੋਣ ਵਾਲਾ ਆ, ਵੀ ਇਹ ਅਚਨਚ ਐਵੇਂ ਨਹੀਂ ਮੁੱਕਣਾ ਛੇਤੀ ਕੀਤਿਆਂ, ਕਿਉਂਕਿ ਪੰਜਾਬ ਕੀ ਪੂਰਾ ਦੇਸ਼ ਇੱਕ ਖਾਸ ਤਰ੍ਹਾਂ ਦੀ ਉਹਦੇ ਵਿੱਚ ਫਸਿਆ ਹੋਇਆ ਸੀ, ਮੰਝਧਾਰ ਦੇ ਵਿੱਚ, ਅਤੇ ਉਹਨੇ ਕਿਸੇ ਨਾ ਕਿਸੇ ਤੇ ਲੋਕਾਂ ਦਾ ਰੋਹ ਜਿਹੜਾ ਦਬਿਆ ਹੋਇਆ ਸੀ ਇੰਨੇ ਵਰ੍ਹਿਆਂ ਤੋਂ, ਇੰਨੇ ਸਮੇਂ, ਉਹ ਨਿਕਲਣਾ ਸੀ, ਇਹ ਜਵਾਲਾਮੁਖੀ ਫਟਣਾ, ਹਾਂ ਫਟਣਾ ਹੀ ਸੀ, ਅਤੇ ਉਹ ਕਿਸਾਨਾਂ ਦੇ ਸੰਘਰਸ਼ ਦੇ ਰੂਪ ਵਿੱਚ ਫਟ ਗਿਆ। ਅਸਲ ਵਿੱਚ ਉਹ ਸਾਰੇ ਪੰਜਾਬੀਆਂ ਦਾ, ਅਤੇ ਉਦੋਂ ਬਾਅਦ ਜਿੱਥੋਂ ਜਿੱਥੋਂ ਤੱਕ ਇਹ ਫੈਲਦਾ ਗਿਆ ਉਹਨਾਂ ਦਾ ਸਾਂਝਾ ਰੋਸ ਆ, ਜਨ ਸਧਾਰਨ ਕਿਸਾਨ ਤੇ ਮਜ਼ਦੂਰ। ਤੇ ਉੱਥੇ ਜਦੋਂ ਅਸੀਂ ਗਏ ਤੇ ਇੱਕ ਦਿਨ ਉਹ ਕਿਸੇ ਚੈਨਲ ਵਾਲੇ ਨੂੰ ਪੁੱਛਦਾ ਕਿ ਤੁਹਾਨੂੰ ਕਿਵੇਂ ਲੱਗਦਾ, ਠੀਕ ਇਹੀ ਪ੍ਰਸ਼ਨ ਵੀ ਤੁਹਾਨੂੰ ਇਹ ਕਿਵੇਂ ਲੱਗਦਾ, ਮੈਂ ਕਿਹਾ ਸਾਨੂੰ ਐਂ ਲੱਗਦਾ ਹੈ ਵੀ ਜਿਹੜੀਆਂ ਗੱਲਾਂ ਅਸੀਂ ਪਿਛਲੇ 40 ਸਾਲ ਤੋਂ ਕਹਿੰਦੇ ਆਏ ਆ ਵੀ ਐਂ ਹੋਣਾ ਚਾਹੀਦਾ ਹੈ, ਨਵੀਂ ਚੇਤਨਾ ਦੀਆਂ ਗੱਲਾਂ ਉਹ ਸਾਕਾਰ ਹੋ ਰਹੀ ਆ, ਤੇ ਜੇ ਉਹ ਸਾਕਾਰ ਹੋ ਰਹੀ ਆ ਤੇ ਸਾਨੂੰ ਤਾਂ ਉਹਦੀ ਖੁਸ਼ੀ ਹੋਣੀ ਆ ਵੀ ਉਹ ਸਾਕਾਰ ਹੋ ਰਹੀ ਹੈ। ਤੇ ਹੁਣ ਕਮਾਲ ਇਹ ਹੈ ਕਿ ਜਿਹੜੀ ਗੱਲ ਅੱਗੇ ਅਸੀਂ ਲੋਕਾਂ ਨੂੰ, ਕਿਸਾਨਾਂ ਜਾਂ ਮਜ਼ਦੂਰਾਂ ਨੂੰ ਸਮਝਾਉਂਦੇ ਸੀ, ਉਹ ਹੁਣ ਸਾਨੂੰ ਸਮਝਾ ਰਹੇ ਆ ਵੀ ਜਨਾਬ ਆ ਸੁਣੀ, ਤੇ ਉਹਨਾਂ ਨੇ, ਮੈਂ ਕਿਹਾ ਇਹ ਬਹੁਤ ਵੱਡੀ ਗੱਲ ਹੈ। ਤੇ ਉਦੋਂ ਹੀ ਫਿਰ ਹੌਲੀ ਹੌਲੀ ਮੇਰੇ ਦਿਮਾਗ ਦੇ ਵਿੱਚ ਨਾ ਇਹ ਚੱਲਦਾ ਰਿਹਾ, ਤੇ ਕੁਛ ਮੈਂ ਨਾਲੋਂ ਨਾਲ ਵੀ ਕਾਫੀ ਸਾਰਾ ਲਿਖਿਆ, ਕੁਛ ਬਾਅਦ 'ਚ ਲਿਖਿਆ, ਤੇ ਇਹ ਵੀ ਫਿਰ ਸ਼ੁਰੂ ਤੇ ਅਚਨਚੇਤ ਹੋਇਆ ਸੀ। ਹੌਲੀ ਹੌਲੀ ਫਿਰ ਇਹਨੂੰ ਮੈਂ ਪੂਰਾ ਇੱਕ ਵੱਡਾ ਪ੍ਰੋਜੈਕਟ ਵਾਂਗ ਬਣਾ ਲਿਆ, ਤੇ ਉਹਦੇ ਵਿੱਚ ਫਿਰ ਇਹੀ ਆ ਵੀ ਜਦੋਂ ਤੁਸੀਂ ਐਡੀ ਵੱਡੀ ਰਚਨਾ ਕਰੋਗੇ ਉਹਦੇ 'ਚ ਫਿਰ ਦੁਹਰਾ ਦੀਆਂ ਦੀ ਸਮੱਸਿਆ ਆ ਸਕਦੀ ਆ। ਪਰ ਉਹ ਮੈਂ ਕਿਤਾਬ ਪੜ੍ਹੀ ਆ, ਦੁਹਰਾ ਅੱਖਰ ਦਾ ਨਹੀਂ, ਪਰ ਉਹਦੇ 'ਚ ਜਿਹੜਾ ਇੱਕ ਲੋਕ ਕਾਵਰੰਗ ਵਰਤਿਆ ਨਾ, ਉਹ ਜ਼ਿਆਦਾ ਮਹੱਤਵਪੂਰਨ ਹੈ। ਇਹੀ ਫਿਰ ਮੈਂ ਉਹਦਾ ਕੀਤਾ ਕਿ ਉਹਦੇ ਵਿੱਚ ਪਿਛਲੇ ਦਿਨੀ ਇੱਕ ਮਿੱਤਰ ਗੱਲ ਕਰ ਕਹਿੰਦੇ ਵੀ ਤੇਰੀ ਉਹਦੇ 'ਚ ਇੰਨੀ ਲੰਮੀ ਰਚਨਾ ਨੂੰ ਪੜ੍ਹਦੇ ਆ ਉਕੇਵਾਂ ਇਸ ਕਰਕੇ ਕਹਿੰਦਾ ਮੈਨੂੰ ਲੱਗਦਾ ਨਹੀਂ ਆਉਂਦਾ ਵੀ ਇੱਕ ਤਾਂ ਉਹਦੇ ਥੋੜੀ ਦੇਰ ਬਾਅਦ ਉਹਦਾ ਕਾਵ ਰੂਪ ਬਦਲ ਜਾਂਦਾ, ਦੂਸਰਾ ਉਹਦੇ 'ਚ ਸਾਡੀ ਜਿਹੜੀ ਪਿਛੋਕੜ ਹੈ, ਵਿਰਸਾ ਹੈ, ਇਤਿਹਾਸ ਮਿਥਿਹਾਸ ਹੈ, ਉਹ ਇੰਨਾ ਜ਼ਿਆਦਾ ਵਾਰ-ਵਾਰ ਆਉਂਦਾ ਹੈ ਕਿ ਉਹ ਸਾਰੇ ਦਾ ਸਾਰਾ ਬੰਦੇ 'ਚ ਇੱਕ ਰੀਲ ਵਾਂਗ ਦਿਮਾਗ ਵਿੱਚ ਚੱਲਣ ਲੱਗ ਜਾਂਦਾ। ਤੇ ਮੇਰੀ ਵੀ ਇਹੀ ਸੀ ਵੀ ਘੱਟੋ ਘੱਟ ਕੋਈ ਵੀ ਸਾਹਿਤਕ ਰਚਨਾ ਹੋਵੇ, ਜਿੰਨਾ ਮਰਜ਼ੀ ਉਹਨੇ ਪ੍ਰਾਪੇਗੰਡਾ ਕਰਨਾ ਹੋਵੇ, ਜਿੰਨੀ ਮਰਜ਼ੀ ਵਿਚਾਰਧਾਰਾ 'ਚ ਪਰਪੱਕ ਹੋਵੇ, ਉਹਦਾ ਪਹਿਲਾ ਫਰਜ਼ ਜਿਹੜਾ ਆ ਉਹ ਉਹਦਾ ਸਾਹਿਤਕ ਕਿਰਤ ਹੋਣਾ। ਜੇ ਕਵਿਤਾ ਹੈ ਤਾਂ ਉਹਦਾ ਕਵਿਤਾ ਹੋਣਾ, ਪਹਿਲਾਂ ਉਹ ਆਨੰਦ ਵੀ ਦੇਵੇ, ਪੜ੍ਹਨ ਵਾਲੇ ਨੂੰ ਨਾਲ ਵੀ ਤੋਰੇ। ਵੈਸੇ ਇਹ ਸਮਾਂ ਬੀਤਣ ਤੋਂ ਬਾਅਦ ਫੈਸਲਾ ਹੋ ਜਾਣਾ ਹੁੰਦਾ। ਨੈਕਸਲਾਈਟ ਮੂਵਮੈਂਟ ਪੰਜਾਬ ਦੇ ਵਿੱਚ ਵੇਲੇ ਬੜੀ ਕਵਿਤਾ ਲਿਖੀ ਗਈ, ਪਰ ਉਹ 'ਚੋਂ ਬਚੀ ਕਵਿਤਾ ਉਹੀ ਜਿਹੜੀ ਅਸਲੀ ਮਾਅਨਿਆਂ ਦੇ ਵਿੱਚ ਕਵਿਤਾ ਸੀ। ਇਸੇ ਤਰ੍ਹਾਂ ਕਿਸਾਨੀ ਅੰਦੋਲਨ ਦੌਰਾਨ ਵੀ ਧੜਾ ਧੜ ਕਵਿਤਾ ਲਿਖੀ ਗਈ, ਪਰ ਉਹਦੇ ਵਿੱਚੋਂ ਬਚੂਗੀ ਉਹੀ ਕਵਿਤਾ ਜਿਹਦੇ ਵਿੱਚ ਕਾਵਕ ਅੰਸ਼ ਹੋਣਗੇ, ਜਿਹਦੇ ਵਿੱਚ ਜਾਨ ਹੋਊਗੀ। ਉਹੀ ਲੋਕ ਉਹਨੂੰ ਜਿਹੜੀ ਇਹ ਗੱਲ ਪਸੰਦ ਕਰਨਗੇ। ਤੁਹਾਡੀ ਇੱਕ ਆਲੋਚਨਾ ਦੀ ਪੁਸਤਕ ਹੈ ਪੰਜਾਬੀ ਗਜ਼ਲ, ਸੰਵੇਦਨਾ ਤੇ ਸਰੋਕਾਰ ਜੀ। ਵੈਸੇ ਤੇ ਜਿਹੜਾ ਸਿਰਜਣਾ ਵਾਲਾ ਬੰਦਾ ਜਦੋਂ ਉਹ ਸਮੀਖਿਆ ਵਾਲੇ ਪਾਸੇ ਜਾਂਦਾ, ਕੋਈ ਦਿੱਕਤ ਤਾਂ ਨਹੀਂ ਆਉਂਦੀ? ਨਹੀਂ, ਮੈਨੂੰ ਜਾਂ ਸਮੀਖਿਆ ਕਰਕੇ ਜਦੋਂ ਇਹ ਕਿਤਾਬ ਲਿਖਣ ਤੋਂ ਬਾਅਦ ਜਦੋਂ ਗਜ਼ਲ ਲਿਖਣੀ ਆ ਉਦੋਂ ਤਾਂ ਨਹੀਂ ਕੋਈ ਦਿੱਕਤ ਆਉਂਦੀ? ਕਿ ਮੈਂ ਲੋਕਾਂ ਦੀਆਂ ਗਜ਼ਲਾਂ 'ਚ ਤਾਂ ਨੁਕਸ ਕੱਢਦਾ ਰਿਹਾ ਭਈ ਆਪਣੀ ਕਿਤਾਬ ਦੇ ਵਿੱਚ, ਵੀ ਹੁਣ ਮੇਰੀ ਗਜ਼ਲ ਉਹਦੇ ਤੇ ਖਰੀ ਉਤਰਦੀ ਆ ਕਿ ਨਹੀਂ ਉਤਰਦੀ? ਮੇਰੀ ਤਾਂ ਇੱਕ ਟਵਾਲ ਸਾਹਿਬ ਇਹ ਧਾਰਨਾ ਹੈ ਕਿ ਆਲੋਚਨਾ ਦਾ ਮਤਲਬ ਇੱਕ ਤਾਂ ਨੁਕਸ ਕੱਢਣਾ ਨਹੀਂ, ਜਿਹੜੇ ਸਾਡੇ ਹੁਣ ਤੱਕ ਬਹੁਤ ਸਾਰੀ ਥਾਈਂ ਹੁੰਦਾ ਰਿਹਾ। ਆਲੋਚਨਾ ਦਾ ਮਤਲਬ ਵੀ ਇਹ, ਆਲੋਚਨਾ ਦਾ ਮਕਸਦ ਤੇ ਅਸਲ ਵਿੱਚ ਜਿਹੜਾ ਕਰ ਉਹ ਹੈ ਪਹਿਲਾਂ ਜਿਹੜੀ ਚੀਜ਼ ਤੁਸੀਂ ਪੜ੍ਹ ਰਹੇ ਜੇ ਉਹਦੀ ਵਿਆਖਿਆ ਕਰਨੀ, ਵਿਸ਼ਲੇਸ਼ਣ ਕਰਨਾ, ਤੇ ਫਿਰ ਉਹਨੂੰ ਆਪਣੇ ਪੂਰੇ ਵਿਰਸੇ ਦੇ ਪ੍ਰਸੰਗ ਦੇ ਵਿੱਚ, ਆਪਣੀ ਪਰੰਪਰਾ ਦੇ ਪ੍ਰਸੰਗ 'ਚ ਸਾਹਿਤ ਦੀ ਉਹਨੂੰ ਅਵੈਲੂਏਟ ਕਰਨਾ। ਤੇ ਉਹਦੇ ਵਿੱਚ ਗਜ਼ਲਾਂ ਦੇ ਵਿੱਚ ਤਾਂ ਸਾਡੀ ਬਹੁਤੀ ਆਲੋਚਨਾ ਉਦੋਂ ਪਹਿਲਾਂ ਇੱਦਾਂ ਦੀ ਸੀ ਕਿ ਉਹ ਫੇਲਣ ਦੀਆਂ ਗਲਤੀਆਂ ਦੇ ਵਿੱਚ ਸਾਰੀ ਆਲੋਚਨਾ ਮੁੱਕ ਜਾਂਦੀ ਸੀ, ਫਾਇਲਾਤਨ 'ਚ। ਤੇ ਇਸ ਕਰਕੇ ਵੱਡੇ ਸ਼ਾਇਰਾਂ ਨੇ ਉਹਦੇ ਤੇ ਸ਼ੇਰ ਵੀ ਲਿਖੇ ਬਈ ਅਸੀਂ ਤਾਂ ਗਜ਼ਲ ਇਸ ਕਰਕੇ ਲਿਖਦੇ ਹਾਂ ਬਿੰਦੀਆਂ ਟਿੱਪੀਆਂ 'ਚ ਨਹੀਂ। ਜਿਵੇਂ ਮੈਨੂੰ ਹੁੰਦਰ ਸਾਹਿਬ ਦਾ ਸ਼ੇਰ ਚੇਤੇ ਆ ਰਿਹਾ ਹੈ ਕਿ ਕਿੰਨਾ ਫਿਕਰ ਗਜ਼ਲ ਕੋ ਕਰਦੇ ਬਿੰਦੀ ਅਤੇ ਸਿਹਾਰੀ ਦਾ, ਇਹ ਪਰ ਚੇਤਾ ਭੁੱਲ ਜਾਂਦੇ ਨੇ ਦਿਲ ਤੇ ਚੱਲਦੀ ਆਰੀ ਦਾ। ਤੇ ਮੇਰੇ ਦਿਮਾਗ 'ਚ ਵੀ ਹਮੇਸ਼ਾ ਹੁੰਦਾ ਕਿ ਬੰਦੇ ਨੂੰ ਦਿਲ ਤੇ ਚੱਲਦੀ ਆਰੀ ਨਜ਼ਰ ਆਉਣੀ ਚਾਹੀਦੀ ਹੈ। ਇਹ ਬਿੰਦੀ ਟਿੱਪੀ ਤੇ ਠੀਕ ਹੋ ਜੂਗੀ, ਇਹਦਾ ਨਹੀਂ ਕੋਈ ਮਸਲਾ।
ਤੇ ਮੈਂ ਆਲੋਚਨਾ ਨੂੰ ਇਸੇ ਤਰ੍ਹਾਂ ਹੀ ਲਿਆ। ਇੱਕ ਮੇਰੇ ਦਿਮਾਗ 'ਚ ਇਹ ਵੀ ਸੀ ਕਿ ਗਜ਼ਲ ਵਾਲੇ ਸਾਰੇ ਕਹਿੰਦੇ ਸੀ ਵੀ ਕਵਿਤਾ ਦੀ ਹੀ ਆਲੋਚਨਾ ਹੁੰਦੀ ਆ। ਵੱਡੇ ਵੱਡੇ ਸਾਡੇ ਆਲੋਚਕਾਂ ਨੇ, ਤੁਸੀਂ ਵੇਖ ਲਓ ਜੂਨੀਅਰ, ਕਦੇ ਗਜ਼ਲ ਦੇ ਬਾਰੇ ਕੁਝ ਲਿਖਿਆ ਹੀ ਨਹੀਂ ਸੀ। ਇਹ ਤਾਂ ਜਦੋਂ ਰਵਾਇਤੀ ਗਜ਼ਲ ਨੂੰ ਵੀ ਪਾਸੇ ਕੀਤਾ ਤੇ ਇਦਾਂ ਦੇ ਸ਼ੇਰ ਆਪਣੇ ਸ਼ਾਇਰਾਂ ਨੇ ਲਿਖੇ ਆ। ਬਿਲਕੁਲ, ਬਹੁਤ ਖੂਬਸੂਰਤ ਸ਼ੇਰ ਲਿਖੇ ਆ ਜੀ। ਹੋਰ ਨੇ ਜਿਹੜੇ ਲਿਖਦੇ ਇਸ ਤਰ੍ਹਾਂ, ਅਸੀਂ ਤਾਂ ਖੂਨ 'ਚ ਡੁਬੋ ਕੇ ਗਜ਼ਲ ਲਿਖਦੇ, ਉਹ ਵੀ ਹੈਗੀ ਆ ਬਹਿਰ ਅੰਦਰ ਲਿਖਦੇ। ਇਹ ਪਾਤਰ ਹੋਣਾ ਦਾ ਸ਼ੇਰ ਜਿਹੜਾ ਕਿ ਉਹ ਹੋਰ ਹੋਣਗੇ ਲਿਖਦੇ ਨੇ ਜਿਹੜੇ ਬਹਿਰ, ਕਿ ਉਹਨਾਂ ਹਾਲਾਂਕਿ ਉਹ ਬਹਿਰ ਅੰਦਰ ਹੀ ਲਿਖਦੇ ਆ। ਹਾਂ, ਬਹਿਰ ਅੰਦਰ, ਉਹ ਵੀ ਬਹਿਰ ਅੰਦਰ ਹੀ ਲਿਖਦੇ ਆ। ਪਾਤਰ ਦੀ ਗਜ਼ਲ ਵੀ ਬਹਿਰ ਕੀ ਹੁੰਦੀ ਆ ਅਸਲ ਵਿੱਚ। ਅੱਛੀ ਤੇ ਵਧੀਆ ਗਜ਼ਲ ਜਿਹੜੀ ਆ, ਉਹ ਕੋਈ ਵੀ ਚੀਜ਼ ਹੋਵੇ ਉਹਨੇ ਬਹਿਰ 'ਚ ਹੀ ਲਿਖੇ ਜਾਣਾ। ਇੱਕ ਹੋਰ ਅਖੀਰ ਤੇ ਜਾਂਦੇ ਜਾਂਦੇ ਸਵਾਲ, ਤੁਹਾਡਾ ਸੰਬੰਧ ਜਿਹੜੀਆਂ ਸਾਹਿਤਕ ਜਥੇਬੰਦੀਆਂ ਨਾਲ ਵੀ ਰਿਹਾ, ਉਹ ਚਾਹੇ ਕੇਂਦਰੀ ਪੰਜਾਬੀ ਲੇਖਕ ਸਭਾ ਹੋਵੇ, ਉਹਦੇ ਤੁਸੀਂ ਜਨਰਲ ਸਕੱਤਰ ਰਹੇ ਹੋ, ਚਾਹੇ ਹੁਣ ਪੰਜਾਬ ਦੀ ਪ੍ਰਗਤੀਸ਼ੀਲ ਲੇਖਕ ਸੰਘ ਦਾ ਜਿਹੜਾ ਪੰਜਾਬ ਚੈਪਟਰ ਆ ਉਹਦੇ ਜਨਰਲ ਸਕੱਤਰ ਹੋ, ਇਹਨਾਂ ਲੇਖਕ ਸਭਾਵਾਂ ਦਾ ਸਾਹਿਤ ਸਿਰਜਣਾ ਦੇ ਵਿੱਚ ਜਾਂ ਸਾਹਿਤ ਸਿਰਜਣਾ ਦੇ ਮਿਆਰ ਬਣਾਉਣ ਦੇ ਵਿੱਚ ਕੋਈ ਰੋਲ ਹੋ ਸਕਦਾ ਕਿ ਨਹੀਂ ਹੋ ਸਕਦਾ? ਬਿਲਕੁਲ ਰੋਲ ਹੋ ਸਕਦਾ। ਮੈਂ ਤਾਂ ਖੁਦ ਇਹ ਸਾਰਾ ਕੁਝ ਜਿੱਥੋਂ ਸਿੱਖਿਆ ਉਹ ਸਹਿ ਸਭਾਵਾਂ ਸੀ। ਠੀਕ ਹੈ। ਸਹਿ ਸਭਾਵਾਂ ਦਾ ਜੇ ਅਸੀਂ ਉਹਨਾਂ ਨੂੰ ਸਿਆਸਤੀ ਅਖਾੜੇ ਤੋਂ ਥੋੜਾ ਬਾਹਰ ਰੱਖ ਕੇ ਕਰੀਏ ਤਾਂ ਸਾਡੀਆਂ ਸਹਿ ਸਭਾਵਾਂ ਨੇ ਬਹੁਤ ਬਿਹਤਰੀਨ ਕੰਮ ਕੀਤਾ। ਮਤਲਬ ਭਾਸ਼ਾ ਦੀ ਚੇਤਨਾ ਜਗਾਉਣ ਦਾ ਵੀ, ਸਾਹਿਤ ਦੀ ਚੇਟਕ ਲਾਉਣ ਦਾ ਵੀ, ਤੇ ਨਵੇਂ ਆਉਣ ਵਾਲਿਆਂ ਨੂੰ ਇੱਕ ਚੰਗੀ ਸੇਧ ਦੇਣ ਦਾ ਵੀ ਕੀਤਾ ਇਹ ਕੰਮ, ਤੇ ਹੁਣ ਵੀ ਕਰ ਰਹੀਆਂ। ਪਰ ਹੁਣ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਾ ਇਹਦੇ 'ਚ ਘਚੋਲਾ ਜ਼ਰੂਰ ਪਿਆ। ਚਲੋ, ਕਿਉਂਕਿ ਮੈਨੂੰ ਯਾਦ ਹੈ ਕਿ ਕਵਿਤਾ ਲਿਖਣ ਦੀਆਂ ਵਰਕਸ਼ਾਪਾਂ ਵੀ ਲੱਗਦੀਆਂ ਰਹੀਆਂ, ਕਹਾਣੀ ਲਿਖਣ ਦੀਆਂ ਵਰਕਸ਼ਾਪਾਂ ਵੀ ਹੁਣ ਵੀ ਲੱਗਦੀਆਂ, ਇਹ ਲੱਗਦੀਆਂ ਰਹਿਣੀਆਂ ਚਾਹੀਦੀਆਂ। ਰੋਲ ਹੈਗਾ ਹੈ। ਹਾਂਜੀ ਜੱਜ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਆਏ। ਗੱਲਾਂ ਬਹੁਤ ਹੋ ਸਕਦੀਆਂ, ਸਮੇਂ ਦੀ ਸੀਮਾ ਉਹਦੇ 'ਚ ਰਹਿ ਕੇ ਜਿੰਨੀ ਕੁ ਆਪਾਂ ਗੱਲ ਕਰ ਸਕੇ ਹਾਂ ਉਹ ਪਿਆਰੇ ਦਰਸ਼ਕੋ ਪ੍ਰਵਾਨ ਕਰਨਾ। ਬਾਕੀ ਕਿਸੇ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਆਏ।